ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਸਵਾਲ ਅੱਜ ਜਿਹੜੇ ਸਾਡੇ ਕੋਲ ਤੁਹਾਡੇ ਪਹੁੰਚ ਚੁੱਕੇ ਨੇ, ਉਹਨੇ ਕੈਨੇਡਾ ਦੇ ਲਈ, USA ਦੇ ਲਈ, ਆਸਟ੍ਰੇਲੀਆ ਦੇ ਲਈ। ਸੋ ਤੁਹਾਡੇ ਕਈ ਸਵਾਲਾਂ ਦੇ ਜਵਾਬ ਅੱਜ ਇਸ ਸ਼ੋਅ ਤੋਂ ਤੁਹਾਨੂੰ ਮਿਲਣ ਵਾਲੇ ਨੇ। ਤੇ ਆਪਾਂ ਅੱਜ ਦੀ ਡਿਸਕਸ਼ਨ ਦੇ ਲਈ ਇਨਵਾਈਟ ਕੀਤਾ ਹੈ ਜੀ ਵੀਜ਼ਾ ਪ੍ਰੈਪ ਐਜੂਕੇਸ਼ਨ ਕੰਸਲਟੈਂਟ, ਸੋ ਵੀਜ਼ਾ ਐਕਸਪਰਟ ਮਿਸਟਰ ਨਿਤਿਨ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਵਾਲ ਬਹੁਤ ਜ਼ਿਆਦਾ ਨੇ ਤੇ ਤੁਸੀਂ ਹਮੇਸ਼ਾ ਜਿਵੇਂ ਬਹੁਤ ਵਧੀਆ ਤਰੀਕੇ ਨਾਲ ਪੂਰੀ ਕਲੀਅਰ ਕੱਟ ਜੋ ਹੈ ਸਟੂਡੈਂਟਸ ਨੂੰ ਇਨਫੋਰਮੇਸ਼ਨ ਦੇਣੇ ਹੋ। ਮੈਂ ਉਮੀਦ ਕਰਦੀ ਹਾਂ ਅੱਜ ਵੀ ਤੁਸੀਂ ਸਟੂਡੈਂਟਸ ਨੂੰ ਉਸੇ ਤਰੀਕੇ ਨਾਲ ਪੂਰੀ ਜਾਣਕਾਰੀ ਡਿਟੇਲ ਵਿੱਚ ਜ਼ਰੂਰ ਦਿਓਗੇ। ਨਾਲ ਦੀ ਨਾਲ ਦਰਸ਼ਕਾਂ ਨੂੰ ਕਹਿ ਦਈਏ ਕਿ ਸਕਰੀਨ ਤੇ ਜੋ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਤੁਸੀਂ ਇਸ ਸ਼ੋਅ ਦਾ ਹਿੱਸਾ ਵੀ ਬਣ ਸਕਦੇ ਹੋ, ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ। ਕੈਨੇਡਾ ਤੋਂ ਸ਼ੁਰੂਆਤ ਕਰਦੇ ਹਾਂ ਜੀ। ਪਹਿਲਾਂ ਮੈਂ ਜਾਣਨਾ ਚਾਹੂੰਗੀ ਹੁਣ ਕੈਨੇਡਾ ਦੇ ਕੀ ਰੁਝਾਨ ਦੇਖਣ ਨੂੰ ਮਿਲ ਰਹੇ ਨੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਜਨਵਰੀ ਇਨਟੇਕ ਲਈ ਹੁਣ ਸੀਟਸ ਮੈਨੂੰ ਨਹੀਂ ਲੱਗਦਾ ਕਿ ਹੋਰ ਹੁਣ ਬਚੀਆਂ ਹੋਣੀਆਂ ਕਿ ਸਟੂਡੈਂਟਸ ਅਪਲਾਈ ਕਰਨ। ਤਾਂ ਕੈਨੇਡਾ ਲਈ ਤਾਂ ਨਹੀਂ, ਹੁਣ ਜਨਵਰੀ ਇਨਟੇਕ ਲਈ ਤਾਂ ਸੀਟ ਨਹੀਂ ਬਚੀ ਹੋਏਗੀ ਹੁਣ। ਮੈਡਮ ਮੇਰੇ ਕੋਲ ਆਪਣੇ ਸਾਰੇ 3 ਸਾਲਾਂ ਦੇ ਰਿਕਾਰਡ ਰਹਿੰਦੇ ਆ ਜੀ। ਮੈਂ ਹਮੇਸ਼ਾ ਜੋ ਗੱਲ ਬੋਲਦਾ ਕਈ ਸਾਲਾਂ ਤੋਂ ਜੋ ਅਸੀਂ ਬੋਲਦੇ ਆ, ਸਰਵਿਸ ਦਿੰਦੇ ਆਏ ਆ, ਉਹਦਾ ਰੈਕੋਰਡ ਜ਼ਰੂਰ ਰੱਖਦਾ ਆਪਦੇ ਫੇਸਬੁੱਕ ਪੇਜ ਤੇ ਕਿ ਜਿਹੜੀ ਗੱਲ ਮੈਂ ਕਹੀ ਸੀ ਮੈਨੂੰ ਆ ਕੇ ਬੰਦਾ ਚੈਲੰਜ ਕਰ ਸਕਦਾ, ਪੁੱਛ ਸਕਦਾ ਕਿ ਸਰ ਜੀ ਤੁਸੀਂ ਆਹ ਗੱਲ ਬੋਲੀ ਸੀ। ਵੀ ਲਾਸਟ ਸ਼ੋਅ 'ਚ ਮੈਂ ਕਿਹਾ ਸੀ ਕਿ ਤੁਹਾਡਾ ਜੈਨ ਦਾ ਇਨਟੇਕ ਬੰਦ ਹੋ ਚੁੱਕਾ ਜੀ। ਬਿਲਕੁਲ। ਜੈਨ ਦਾ ਇਨਟੇਕ ਬੰਦ ਹੋਣ ਦਾ ਕਾਰਨ ਇਹ ਹੈ ਵੀ ਬਾਇਓਮੈਟ੍ਰਿਕਸ ਦੀ ਡੇਟ ਮਹੀਨਾ 2 ਮਹੀਨੇ ਨਹੀਂ ਮਿਲ ਰਹੀ ਜੀ। ਨੰਬਰ 2 ਗੱਲ ਇਹ ਹੈ ਵੀ ਅੰਬੈਸੀ ਹੀ 3 ਮਹੀਨੇ ਲੈ ਰਹੀ ਹੈ। ਮੈਡਮ ਲੱਖਾਂ ਫਾਈਲਾਂ ਨੇ, ਕੋਈ ਹਜ਼ਾਰਾਂ 'ਚ ਫਾਈਲ ਨਹੀਂ ਹੈ। ਅਸੀਂ ਕਹੀਏ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ 50,000 ਫਾਈਲ ਜਾਂਦੀ ਸੀ। 7 ਸਾਲ ਪਹਿਲਾਂ 50-60,000 ਫਾਈਲ ਜਾਂਦੀ ਸੀ। ਜਦੋਂ ਤੋਂ SDS ਸਿਸਟਮ ਆਇਆ 1.5 ਲੱਖ ਫਾਈਲ ਹੋ ਗਈ ਹੈ। ਹੁਣ ਅੱਜ ਦੀ ਡੇਟ 'ਚ ਕੋਵਿਡ ਦੇ 2 ਸਾਲ ਨਿਕਲੇ ਆ ਮੈਡਮ 5 ਲੱਖ ਪਲੱਸ ਫਾਈਲ ਹੋ ਗਈ। ਡਾਟਾ ਮੰਗਾ ਲਓ, ਪਤਾ ਕਰਾ ਲੇ ਕੋਈ ਬੰਦਾ ਅੰਬੈਸੀ 'ਚ ਪੰਜਾਬੀਆਂ ਦੀ ਫਾਈਲ ਕਿੰਨੀ ਗਈ ਜੀ। ਜਿਨ੍ਹਾਂ ਦੇ ਵੀਜ਼ੇ ਉੱਡੇ ਸੀ ਉਹਨਾਂ ਦਾ ਚੈੱਕ ਕਰ ਲਓ, ਜਿਨ੍ਹਾਂ ਦੇ ਵੀਜ਼ੇ ਰੀਪੀਲ 'ਚ ਉਹਨਾਂ ਦੇਖ ਲਓ, ਫਰੈਸ਼ ਐਪਲੀਕੇਸ਼ਨ ਦੇਖ ਲਓ। ਇੰਨਾ ਹਾਲ ਬੁਰਾ ਹੋਇਆ ਪਿਆ ਜੀ। ਬਿਲਕੁਲ। ਤੇ ਮੈਂ ਇੱਥੇ ਵੀ ਚੀਜ਼ ਫਿਰ ਜੇ ਤੁਸੀਂ ਕਹਿ ਰਹੇ ਹੋ ਇੰਨੀ ਵੱਡੀ ਗਿਣਤੀ ਦੇ ਵਿੱਚ ਫਾਈਲਸ ਲੱਗਦੀਆਂ ਜਾ ਰਹੀਆਂ ਨੇ, ਪਰ ਜਿਨ੍ਹਾਂ ਦੀ ਐਡਮਿਸ਼ਨ ਹੁੰਦੀ ਉਹ ਤਾਂ ਬਹੁਤ ਲਿਮਿਟਿਡ ਹੁੰਦੀਆਂ, ਸੀਟਸ ਹੁੰਦੀਆਂ ਜਿੱਥੇ ਬਾਕੀ ਸਟੂਡੈਂਟਸ ਆਪਾਂ ਕੀ ਉਹਨਾਂ ਦਾ ਮੈਂ ਦੇਖਦੇ ਆ ਫਿਊਚਰ, ਕਿਉਂਕਿ ਬਹੁਤ ਅੱਗੇ ਸਟੂਡੈਂਟਸ ਦੀ ਗੱਲ ਇਕੱਲੇ ਨਹੀਂ ਮੈਂ ਕਰ ਰਿਹਾ ਜੀ। ਮੈਂ ਇਸ ਟਾਈਮ ਗੱਲ ਕਰ ਰਿਹਾ PNP ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ, PR ਵਾਲੇ, ਉਹਨਾਂ ਦੀ ਫਾਈਲਾਂ ਗਈਆਂ ਜੀ। ਤੁਸੀਂ ਟੂਰਿਸਟ ਜਦ ਦਾ ਓਪਨ ਹੋਇਆ, ਅਸੀਂ ਚਲੋ ਕਹਿ ਸਕਦੇ ਹਾਂ ਪਬਲਿਕ ਔਰ ਪ੍ਰਾਈਵੇਟ ਕਾਲਜਸ ਨੇ ਕੈਨੇਡਾ ਦੇ ਵਿੱਚ, ਗਵਰਨਮੈਂਟ ਕੋਲ ਡਾਟਾ ਆ ਹਰ ਇੱਕ ਪਬਲਿਕ ਕਾਲਜ ਦਾ, ਹਰ ਪ੍ਰਾਈਵੇਟ ਕਾਲਜ ਦਾ, ਕਿੰਨੀਆਂ ਸੀਟਾਂ ਕਿਸ ਟ੍ਰੇਡ ਨੂੰ ਦਿੱਤੀਆਂ। ਜੇ ਆਪਾਂ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਜਾਣਾ ਆ, ਗਿਣੇ ਚੁਣੇ 6-7 ਕਾਲਜਾਂ ਨੂੰ ਲੋਕੀ ਟਾਰਗੇਟ ਕਰਦੇ ਨੇ, ਸੈਨੇਕਾ, ਸੈਂਟ ਕਲੇਅਰ, ਲੈਂਪਟਨ, ਜਿਹੜੇ ਵੀ ਕਾਲਜ ਨੇ, ਕੋਨਸਟੋਗਾ, ਕੈਂਬਰੇ ਨੇ, ਇਹਨਾਂ ਨੂੰ ਟਾਰਗੇਟ ਔਰ ਵੀਜ਼ਾ ਰਿਫਿਊਜ਼ ਵੀ ਜ਼ਿਆਦਾ ਇਹਨਾਂ ਦੇ ਹੋ ਰਹੇ ਆ। ਬਿਲਕੁਲ, ਕਿਉਂਕਿ ਓਨਟਾਰੀਓ ਪ੍ਰੋਵਿੰਸ ਵਿੱਚ ਸਭ ਤੋਂ ਜ਼ਿਆਦਾ ਫਾਈਲਾਂ ਲੱਗ ਰਹੀਆਂ ਜੀ। ਵੀਜ਼ੇ ਰਿਫਿਊਜ਼ ਹੋ ਰਹੇ ਆ, ਪ੍ਰੋਵਿੰਸ ਆ ਚੱਲ ਰਿਹਾ, ਸੀਟਾਂ ਫੁੱਲ ਨੇ। ਇਹ ਤੋਂ ਇਲਾਵਾ ਜਿਨ੍ਹਾਂ ਦੇ ਵਿਚਾਰਿਆਂ ਦੇ ਵੀਜ਼ੇ ਰਿਫਿਊਜ਼ ਹੋਏ ਸੀ ਉਹ ਵੀ ਤਾਂ ਰੀਪੀਲ ਤੇ ਆ ਗਏ। ਬਿਲਕੁਲ ਨਵੀਂ ਫਾਈਲਾਂ ਲੱਗ ਗਈਆਂ। ਕਾਲਜ ਕੋਲ ਤਾਂ ਓਵਰਲੋਡ ਚੱਲ ਰਿਹਾ, ਹਰ ਪ੍ਰੋਵਿੰਸ ਇਸ ਟਾਈਮ ਫੁੱਲ ਚੱਲ ਰਿਹਾ। ਜੇ ਅਸੀਂ BC ਪ੍ਰੋਵਿੰਸ ਦੀ ਗੱਲ ਕਰੀਏ, ਕੈਂਪ ਯੂਨੀਵਰਸਿਟੀ ਦੀ ਗੱਲ ਕਰੀਏ, ਇਸ ਸਰੀ ਵਾਲੇ ਪਾਸੇ ਗੱਲ ਕਰੀਏ, ਬਰਨਬੇ ਗੱਲ ਕਰੀਏ, ਹਰ ਏਰੀਆ ਫੁੱਲ ਹੀ ਹੈ। ਇਸ ਤੋਂ ਇਲਾਵਾ ਟੂਰਿਸਟ ਦੀ ਫਾਈਲਾਂ ਲੱਗ ਜੀ, ਮਲਟੀਪਲ ਐਂਟਰੀ ਦੀ, PR ਦੀ ਫਾਈਲਾਂ ਲੱਗ ਰਹੀਆਂ ਨੇ। ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ, ਹਰ ਬਹਾਨਾ ਹਰ ਤਰੀਕਾ ਵਾ, ਬੰਦੇ ਕਹਿ ਰਹੇ ਸਾਨੂੰ ਇੰਡੀਆ ਤੋਂ ਕੱਢ ਦਿਓ। ਬਿਲਕੁਲ। ਪਰ ਆਪਣੀ ਫਾਈਲ ਚਾਹੇ ਮਲਟੀਪਲ ਐਂਟਰੀ ਵਾਲੇ ਹੋ ਚਾਹੇ PR ਵਾਲੇ ਹੋ, ਵੀ ਆਰ ਸਪੈਸ਼ਲਾਈਜ਼ਡ ਇਨ ਦੈਟ। ਸਟੂਡੈਂਟ ਤੇ ਅਸੀਂ ਸਾਡੀ ਸਪੈਸ਼ਲਾਈਜੇਸ਼ਨ ਹੈਗੀ ਆ। ਬਹੁਤ ਸੋਚ ਕੇ ਇਸ ਸਮਾਂ ਲਾਇਓ ਕਿ ਲਾਉਣੀ ਹੈ ਕਿ ਨਹੀਂ ਲਾਉਣੀ, ਰਿਫਿਊਜ਼ਲ ਨਾ ਹੱਥ 'ਚ ਆ ਜਾਵੇ ਤੁਹਾਡੇ। ਤੇ ਸਾਡੇ ਪਹਿਲੇ ਕਾਲਰ ਲਾਈਨ ਤੇ ਜੁੜੇ ਹੋਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਰ ਮੈਂ ਸਾਹਿਲ ਬੋਲ ਰਿਹਾ ਮੈਂ ਲੁਧਿਆਣੇ ਤੋਂ। ਹਾਂਜੀ ਸਾਹਿਲ ਜੀ, ਕੀ ਸਵਾਲ ਹੈ? ਮੇਰਾ ਇਹ ਸਵਾਲ ਹੈ, ਮੈਂ 2016 ਚ 12ਵੀਂ ਕੀਤੀ ਹੈ ਆਰਟਸ ਦੇ ਵਿੱਚ। ਮੈਂ US ਜਾਣਾ ਚਾਹਨਾ ਵਿਦਆਊਟ ਆਇਲਟਸ। ਓਕੇ ਜੀ। ਸਾਹਿਲ ਜੀ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ, ਮੇਰੀ ਗੱਲ ਸੁਣੋ। ਹੈਲੋ ਜੀ ਸਰ। ਸਾਹਿਲ ਜੀ, 2016 ਚ ਤੁਸੀਂ ਕੀਤੀ, ਉਸ ਤੋਂ ਬਾਅਦ ਕੀ ਕੀਤਾ? 16 ਤੋਂ ਲੈ ਕੇ ਹੁਣ ਤੱਕ ਕੀ ਕਰਦੇ ਆ ਰਹੇ ਹੋ? ਸਰ ਉਸ ਤੋਂ ਬਾਅਦ ਮੈਂ ਕਾਫੀ ਕੋਰਸਿਸ ਵਗੈਰਾ ਕੀਤੇ ਆ, ਆਨਲਾਈਨ ਕੀਤੇ ਤੇ ਆਫਲਾਈਨ ਆਪਣੇ ਇੰਸਟੀਚਿਊਟ ਵਗੈਰਾ ਤੋਂ ਕੀਤੇ ਨੇ ਕੋਰਸਿਸ। ਮਤਲਬ ਕੋਰਸਪੋਂਡੈਂਸ ਕੀਤਾ, ਟਾਈਮ ਪਾਸ ਵਾਲਾ ਗੈਪ ਕਵਰ ਕਰ ਰਹੇ ਹੋ ਤੁਸੀਂ। ਮੋਟੀ ਗੱਲ ਇਹ ਆ। ਹਾਂਜੀ ਦੇਖੋ, ਤੁਸੀਂ ਐਲੀਜੀਬਲ ਹੈਗੇ ਹੋ। USA ਦੇ ਇਸ ਟਾਈਮ ਜ਼ੋਰ ਵੀ ਚੱਲ ਰਿਹਾ ਔਰ ਪੈਸੇ ਵੀ ਘੱਟ ਨੇ। ਲੱਖ ਰੁਪਏ ਦੇ ਅੰਦਰ ਮੈਡਮ ਮੈਂ ਤੁਹਾਨੂੰ ਦੱਸ ਦਵਾਂ, USA ਇਜ਼ ਦਾ ਓਨਲੀ ਕੰਟਰੀ ਜਿਹੜੀ ਪਹਿਲਾਂ ਟਿਊਸ਼ਨ ਫੀਸ ਨਹੀਂ ਲੈਂਦੀ, ਜਿਹਦੀ ਵਿਦਆਊਟ ਆਇਲਟਸ ਵੀ ਅਪਲਾਈ ਹੋ ਜਾਂਦਾ। ਸਾਹਿਲ ਜੀ, ਤੁਸੀਂ ਵਿਦਆਊਟ ਆਇਲਟਸ ਅਪਲਾਈ ਜ਼ਰੂਰ ਕਰ ਸਕਦੇ ਹੋ। ਵੀਜ਼ਾ ਦਾ ਚਾਂਸ ਜਿਹੜਾ ਆ 40-60 ਆ। 40-60 ਹਾਂਜੀ ਸਰ।
ਸਾਡਾ ਕੰਮ ਹੈ, ਅਸੀਂ ਸੇਲਸਮੈਨ ਨਹੀਂ ਹੈਗੇ, ਕੰਸਲਟੈਂਟ ਆ। ਸਾਫ਼ ਗੱਲ ਕਰੀਏ, ਦੱਸੀਏ ਕਿ ਬੰਦੇ ਦਾ ਵੀਜ਼ਾ ਆਉਣਾ, ਵੀਜ਼ਾ ਤੁਹਾਡਾ ਅਸੀਂ ਅਪਾਇੰਟਮੈਂਟ ਫਿਕਸ ਕਰਕੇ ਦੇਣੀ ਹੈ, ਅਸੀਂ ਬਾਇਓਮੈਟ੍ਰਿਕਸ ਫਿਕਸ ਕਰਕੇ ਦੇਣੀ ਹੈ, ਅਸੀਂ ਐਡਮਿਸ਼ਨ ਕਰਾ ਕੇ ਦੇਣੀ ਹੈ, ਸਭ ਕੁਝ ਕਰਕੇ ਦੇਵਾਂਗੇ। ਬਿਲਕੁਲ ਬਿਲਕੁਲ। ਔਰ ਟੌਪ ਦੀ ਯੂਨੀਵਰਸਿਟੀ 'ਚ, ਵਧੀਆ ਯੂਨੀਵਰਸਿਟੀ 'ਚ ਜਾਵਾਂਗੇ। ਜੀ ਜੀ। ਚਾਹੇ ਤੁਸੀਂ UCLA, ਬਰਕਲੇਜ਼, ਬੇਕਰਸਫੀਲਡ, ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਨਿਊਯਾਰਕ 'ਚ ਜਾਣਾ, NYIT ਜਾਣਾ ਚਾਹੁੰਦੇ ਹੋ। ਸਾਡੇ ਜੇ ਕੈਨੇਡਾ ਦੇ ਟੌਪ ਮੋਸਟ ਕਾਲਜ ਯੂਨੀਵਰਸਿਟੀ ਸਾਡੇ ਕੋਲ ਹੈ 90%, ਸਾਡੇ ਕੋਲ US ਦੇ ਵੀ ਹੈਗੇ। ਇਹੀ ਸਾਡੇ 13 ਸਾਲ ਦੇ ਤਜਰਬੇ ਦਾ ਕਾਰਨ ਹੈ। ਆਇਲਟਸ ਕਰ ਲਓ, ਕੀ ਮਾੜਾ ਆ। 2 ਮਹੀਨੇ ਦੇ ਅੰਦਰ ਅੰਦਰ ਅਸੀਂ ਤੁਹਾਡੇ 6 ਬੈਂਡ ਦੀ ਗਾਰੰਟੀ ਦਿੰਨੇ ਆ। 2 ਮੈਕਸਿਮਮ ਤੀਜਾ ਮਹੀਨਾ ਲਾਉਂਗੇ, ਅਸੀਂ ਪੈਸੇ ਨਹੀਂ ਲਵਾਂਗੇ। ਸੋ ਇਹ ਗੱਲਾਂ ਸਾਡੀ ਕਮਿਟਮੈਂਟ ਹੈ। ਸਾਡਾ ਇੰਸਟੀਚਿਊਟ ਨੂੰ ਬੈਂਡ ਇੰਸਟੀਚਿਊਟ ਇਸ ਲਈ ਕਿਹਾ ਜਾਂਦਾ ਹੈ, ਜਿਹੜਾ ਬੱਚਾ ਸਾਡੇ ਕੋਲ ਪੜ੍ਹ ਕੇ ਪੇਪਰ ਦੇ ਗਿਆ, ਜਿਹਨੂੰ ਅਸੀਂ ਪੇਪਰ ਦਵਾ, ਅਸੀਂ ਹਰ ਮਹੀਨੇ ਫੀਸ ਨਹੀਂ ਲੈਂਦੇ। ਸਾਡੇ ਪੈਕੇਜ ਇਦਾਂ ਦੇ ਨੇ ਵੀ ਸਾਡਾ ਕੰਪਲੀਟ ਪੈਕੇਜ ਲੈ ਲਓ। ਜੀ ਜੀ। ਫਾਈਨੈਂਸ਼ੀਅਲ ਪ੍ਰੋਬਲਮ ਲੋਕਾਂ ਨੂੰ ਬਹੁਤ ਹੈ, ਕੋਵਿਡ 'ਚ ਲੋਕੀ ਟੁੱਟੇ ਪਏ ਨੇ। ਬੈਂਡ ਤੁਹਾਡੇ ਆਉਣਗੇ। ਜਿਸ ਬੱਚੇ ਦੇ ਫਰੈਸ਼ ਬੈਂਡ ਆਏ ਹੋਏ ਆ, USA ਦਾ ਖਰਚਾ ਕੀ 1 ਲੱਖ ਰੁਪਈਆ, ਉਦਾਂ ਵੀ ਤੁਸੀਂ ਪੈਕੇਜ ਕਰਦੇ ਫਿਰਦੇ ਹੋ, ਤੁਹਾਨੂੰ ਕਿਹੜਾ ਸੁੱਕਾ ਛੱਡ ਦਿੰਦਾ। ਮੈਂ ਕਹਿੰਦਾ ਕੈਨੇਡਾ ਦਾ ਏਜੰਟ ਕੋਈ ਵੀ ਜਿਹੜਾ ਬਣਿਆ ਬੈਠਾ ਆ ਕੇ ਪੈਕੇਜ ਕੀਤਾ, ਅੱਜ ਦਿਨ ਤੱਕ ਮੈਂ ਨਹੀਂ ਦੇਖਿਆ ਕਿ ਕਿਸੇ ਬੰਦੇ ਨੇ ਕੋਈ ਪੈਸਾ ਨਾ ਦਿੱਤਾ ਹੋਵੇ ਤੇ ਉਹਦਾ ਵੀਜ਼ਾ ਆ ਗਿਆ ਹੋਵੇ। ਜੇ ਨਹੀਂ ਆਇਆ ਹੋਵੇ ਤਾਂ ਵੀ ਉਹ ਪੈਸੇ ਦੇ ਕੇ ਖੜਾ ਛੁਡਾਉਂਦਾ ਆਪਣਾ। ਅਸੀਂ ਆਹ ਗੱਲ ਨਹੀਂ ਕਰਦੇ। ਕੈਨੇਡਾ ਦਾ ਜਦ ਵੀ ਅਪਲਾਈ ਕਰਾਉਂਦੇ ਆ ਮੈਡਮ, 3 ਤਰ੍ਹਾਂ ਦੇ ਬੰਦੇ ਆ। ਪਹਿਲੇ ਉਹ ਜਿਹੜੇ ਕਿ ਓਕੇ ਰਿਪੋਰਟ ਬੜੇ ਵਧੀਆ ਬੈਠੇ, ਜਿਨ੍ਹਾਂ ਦੀ ਪੈਨਸ਼ਨਾਂ ਵੀ ਨੇ, ਜਿਨ੍ਹਾਂ ਦੇ ਮਾਪਿਓ ਦੀ ਪੈਸਾ ਵੀ ਚੰਗਾ ਆ, ਔਰ ਬੱਚੇ ਵੀ ਇੰਟੈਲੀਜੈਂਟ ਨੇ। ਉਹਨਾਂ ਨੂੰ ਅਸੀਂ ਪਬਲਿਕ ਕਾਲਜਿਸ ਗਾਈਡ ਕਰਦੇ ਹਾਂ, ਯੂਨੀਵਰਸਿਟੀਜ਼ ਗਾਈਡ ਕਰਦੇ ਹਾਂ, ਕਰਾਓ ਤਾਂ ਕਿ ਤੁਹਾਡਾ ਵੀਜ਼ਾ ਆਵੇ। ਜੀ ਜੀ। ਦੂਜੇ ਉਹ ਲੋਕੀ ਨੇ ਜਿਨ੍ਹਾਂ ਦੇ ਆਇਲਟਸ ਬੈਂਡ ਘੱਟ ਨੇ, ਉਹਨਾਂ ਨੂੰ ਇਹ ਗਾਈਡ ਕਰਦੇ ਹਾਂ ਵੀ ਅਸੀਂ ਆਇਲਟਸ ਔਰ ਅਪਲਾਈ ਕਰਨ ਦਾ ਕੰਬੋ ਪੈਕ ਦਵਾਂਗੇ। ਠੀਕ ਹੈ। ਵੀਜ਼ਾ 100% ਆਊਗਾ ਜੇ ਸਾਡੇ ਹਿਸਾਬ ਨਾਲ ਚੱਲੋਗੇ, ਆਇਲਟਸ ਦਾ ਪੇਪਰ ਦਵਾਂਗੇ, ਅਸੀਂ ਦਵਾਵਾਂਗੇ, ਅਸੀਂ ਪੜਾਵਾਂਗੇ। ਜੀ। ਤੀਜੇ ਉਹ ਨੇ ਜਿਹੜੇ ਲੋਕੀ ਜਾਣਾ ਚਾਹੁੰਦੇ ਆ ਪਰ ਨਾ ਤੇ ਬੈਂਡ ਹੈ ਪਰ ਪੜ੍ਹੇ ਲਿਖੇ ਚੰਗੇ ਨੇ। ਬੈਂਡ ਦੀ ਗਾਰੰਟੀ ਸਾਡੀ ਵੀ ਅਸੀਂ ਪੜ੍ਹਾ ਕੇ ਕਿਵੇਂ ਦਵਾਈਏ, ਪਰ ਪ੍ਰੋਬਲਮ ਉਹਨਾਂ ਦੀ ਇਹ ਹੈ ਕਿ ਉਹਨਾਂ ਕੋਲ ਪੈਸੇ ਘੱਟ ਨੇ। ਉਹਨਾਂ ਨੂੰ ਲੋਨ ਕਿੱਥੋਂ ਦਵਾਉਣਾ, ਪਬਲਿਕ ਸਰਕਾਰੀ ਤੋਂ ਦਿਖਾਣਾ ਕਿ ਪ੍ਰਾਈਵੇਟ ਤੋਂ ਦਵਾਉਣਾ। ਸਾਡੇ ਕੋਲ ਦੋਨੋਂ ਟਾਈ ਅਪ ਨੇ। ਆਓ, ਆ ਕੇ ਮਿਲੋ, ਤੁਹਾਡਾ ਪ੍ਰੋਫਾਈਲ ਦੇਖਾਂਗੇ, ਉੱਥੇ ਭੇਜਾਂਗੇ ਤੁਹਾਨੂੰ। ਕੋਈ ਕਿਸੇ ਨੂੰ ਮਿਡਲਮੈਨ ਨੂੰ ਪੈਸਾ ਦੇਣ ਦੀ ਲੋੜ ਨਹੀਂ। ਤੁਹਾਡਾ ਲੋਨ ਹੋ ਗਿਆ, ਤੁਸੀਂ ਤਾਂ ਪਹਿਲਾਂ ਹੀ ਪੈਸੇ ਘੱਟ ਨੇ ਵਿਚਾਰੇ। ਔਰ ਇਹੀ ਤੁਹਾਡੀ ਗੱਲਾਂ ਦਾ ਫਾਇਦਾ ਲੋਕੀ ਚੁੱਕਦੇ ਨੇ ਵੀ ਤੁਹਾਡੇ ਕੋਲ ਪੈਸੇ ਘੱਟ ਨੇ, ਪੈਕੇਜ ਕਰ ਲਓ, ਤੁਹਾਡੇ ਕੋਲੋਂ 3-3 ਗੁਣਾ ਵਸੂਲ ਕਰਦੇ ਨੇ। ਸਾਡਾ ਕੰਮ ਇਹ ਹੈ ਵੀ ਤੁਹਾਨੂੰ ਸੇਵਾ ਦੇਣਾ, ਲੋਨ ਦੀ ਅਸਿਸਟੈਂਸ ਦੇਣਾ, ਤੁਹਾਨੂੰ ਆਇਲਟਸ ਕਰਾ ਕੇ ਦੇਖੀਏ ਵੀ ਤੁਹਾਡੇ ਬੈਂਡ ਪੱਕੇ ਆ ਜਾਣ। ਤੁਹਾਡੇ ਬੈਂਡ ਪੱਕੇ ਆ ਗਏ, ਤੁਹਾਡੇ ਅਕੈਡਮਿਕ ਸਕੋਰ ਵਧੀਆ ਆ, ਤੁਹਾਨੂੰ ਵੀਜ਼ਾ ਮਿਲੂਗਾ, ਤੁਹਾਨੂੰ ਲੋਨ ਵੀ ਮਿਲੂਗਾ। ਜੀ। ਸੋ ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਰੀਆ ਆ ਜੀ। ਤੇ ਮੈਮ ਮੈਂ ਨਾ BSc ਕੀਤੀ ਹੋਈ ਆ ਤੇ ਮੇਰੇ 6 ਬੈਂਡ ਆਏ ਹੋਏ ਨੇ, ਤੇ ਤੁਸੀਂ ਸੁਜੈਸਟ ਕਰ ਸਕਦੇ ਹੋ ਸਰ, ਕੁਝ ਸੁਜੈਸਟ ਕਰ ਸਕਦੇ ਨੇ ਮੈਂ ਕਿੱਥੋਂ ਲਈ ਅਪਲਾਈ ਕਰ ਸਕਦੀ ਹਾਂ? ਮੈਡਮ 6 ਬੈਂਡ ਦੀ ਜਗ੍ਹਾ 6.5 ਚਾਹੀਦੇ ਆ ਜੇ ਕੈਨੇਡਾ ਅਪਲਾਈ ਕਰਨਾ, ਅਦਰਵਾਈਜ਼ USA ਲਈ ਐਲੀਜੀਬਲ ਹੋ। ਕੈਨੇਡਾ ਦੇ ਵਿੱਚ ਜੇ ਤੁਸੀਂ ਗ੍ਰੈਜੂਏਸ਼ਨ ਕਰਕੇ ਬੈਠੇ ਹੋ, ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦੇ ਹੋ, +2 ਕੀਤੇ ਬੱਚੇ ਦੇ ਲਈ 6 ਬੈਂਡ ਚਾਹੀਦੇ ਆ, not less than 6। SDS ਪ੍ਰੋਫਾਈਲ ਹੋਵੇ। ਜੇ ਤੁਸੀਂ ਗ੍ਰੈਜੂਏਸ਼ਨ ਕਰ ਲਈ, ਸਾਡਾ ਜੀ ਮੋਹਾਲੀ ਦੇ ਵਿੱਚ ਹੈਗਾ ਜੀ 7 ਫੇਸ ਦੇ ਵਿੱਚ, ਤੁਸੀਂ ਉੱਥੇ ਆ ਕੇ ਸਾਨੂੰ ਮਿਲ ਸਕਦੇ ਹੋ, ਡਿਟੇਲ ਗਾਈਡੈਂਸ ਦਵਾਂਗੇ। ਥੈਂਕ ਯੂ ਜੀ ਕਾਲ ਕਰਨ ਦੇ ਲਈ। ਬਿਲਕੁਲ। ਸੋ ਕਈ ਤਰ੍ਹਾਂ ਦੀ ਪ੍ਰੋਫਾਈਲ 6 ਬੈਂਡ ਸੁਣ ਕੇ ਉਹਨੂੰ ਹੋ ਗਿਆ ਕਿ ਮੈਨੂੰ ਫੇਰ ਪੜ੍ਹਨਾ ਪੈਣਾ, ਉਹਨੂੰ ਫੇਰ 6.5 ਲੈਣੇ ਪੈਣੇ ਤੇ ਇਹ ਫੈਕਟ ਹੈ ਮੈਡਮ। ਤੁਸੀਂ ਗ੍ਰੈਜੂਏਸ਼ਨ ਕਰ ਲਈ ਜੀ, ਹੁਣ ਤੁਸੀਂ ਡਿਪਲੋਮੇ ਲਈ ਵੀ ਅਪਲਾਈ ਕਰੋਗੇ ਤਾਂ ਵੀ ਪੋਸਟ ਗ੍ਰੈਜੂਏਟ ਡਿਪਲੋਮੇ ਲਈ ਕਰੋਗੇ, PG ਡਿਪਲੋਮਾ ਜਾਓਗੇ। ਇਹ ਤਾਂ ਹੈ ਨਹੀਂ ਤੁਸੀਂ ਡਿਪਲੋਮੇ ਲਈ ਜਾਓਗੇ, ਜਾਂ ਤੁਸੀਂ ਗ੍ਰੈਡ ਲੈਵਲ ਲਈ ਜਾਓਗੇ, ਜਾਂ ਤੁਸੀਂ ਪੋਸਟ ਗ੍ਰੈਡ ਲੈਵਲ ਲਈ ਜਾਓਗੇ। ਬੱਚੇ ਦਾ ਲੈਵਲ ਜਿੱਥੇ ਪਹੁੰਚ ਗਿਆ ਉਸ ਤੋਂ ਉੱਪਰ ਹੀ ਜਾ ਸਕਦੇ ਨੇ। ਹੁਣ ਉਸ ਲੈਵਲ ਲਈ ਜਾਣ ਲਈ ਸਾਨੂੰ 6.5 ਬੈਂਡ, ਸਾਡੇ ਕੋਲ ਸੌਫਟਵੇਅਰ ਸਿਸਟਮ ਹੈ, ਬੱਚਾ ਆਵੇ ਅਸੀਂ ਦਿਖਾ ਦਾਂਗੇ। ਹਰ ਯੂਨੀਵਰਸਿਟੀ ਨੇ ਲਿਖ ਕੇ ਲਾਇਆ। ਗ੍ਰੈਜੂਏਸ਼ਨ ਡਿਗਰੀ ਲਈ ਜਾਣਾ ਹੈ, ਡਿਗਰੀ ਲਈ ਜਾਣਾ ਹੈ, 6.5 ਬੈਂਡ, not less than 6। ਜਿਹਦੇ 6 ਵੀ ਹੈਗੇ ਆ, ਅਸੀਂ ਉਹਨਾਂ ਨੂੰ ਦੱਸਾਂਗੇ ਕਿਹੜੇ ਕਾਲਜ 'ਚ ਅਪਲਾਈ ਕਰਨਾ। ਜੀ। ਉਸ ਕਾਲਜ ਦਾ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ। 6 not less than 6 ਵਾਲੇ ਦੀ ਗੱਲ ਕਰ ਰਹੇ ਹਾਂ। ਕੋਰਸ ਹੋ ਚੁਣੋ ਜੀ। ਕਈ ਬੱਚਿਆਂ ਨੂੰ ਫੀਸ ਦੀ ਪ੍ਰੋਬਲਮ ਆ ਰਹੀ ਹੈ ਵੀ ਫੀਸ ਜ਼ਿਆਦਾ ਨਹੀਂ ਦੇ ਸਕਦੇ ਪੇਰੈਂਟਸ, ਉਹਨਾਂ ਲਈ ਵੀ ਸਾਡੇ ਕੋਲ ਇੱਕ ਸਪੈਸ਼ਲ ਡਿਫਰੈਂਟ ਟਾਈਪ ਦੇ ਕਾਲਜਸ ਨੇ, ਸਕਾਲਰਸ਼ਿਪਸ ਅਵੇਲੇਬਲ। ਓਕੇ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਦਰਸ਼ਕ ਹੈ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਉਹ ਸਾਰੀ ਜਾਣਕਾਰੀ ਜੋ ਅਸੀਂ ਇੱਕ ਪੁਆਇੰਟ ਕਲੀਅਰ ਕਰ ਰਹੇ ਹਾਂ ਕਿ ਵੀਜ਼ਾ ਪ੍ਰੈਪ ਐਜੂਕੇਸ਼ਨ ਵੱਲੋਂ ਕਿਸ ਤਰ੍ਹਾਂ ਦੇ ਬੈਨੀਫਿਟਸ, ਕਿਸ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਵਾਈ ਜਾ ਰਹੀਆਂ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਗਰ ਤੁਹਾਨੂੰ ਕੋਈ ਵੀਕਨੈਸ ਹੈ, ਕੋਈ ਲੱਗਦਾ ਹੈ ਕਿ ਵੀ ਅਸੀਂ ਇਹ ਚੀਜ਼ ਪੂਰੀ ਨਹੀਂ ਕਰ ਪਾਉਂਦੇ, ਚਾਹੇ ਆਇਲਟਸ ਨੂੰ ਲੈ ਕੇ ਹੋਵੇ ਕਿ ਤੁਹਾਨੂੰ ਲੱਗਦਾ ਹੈ ਕਿ ਵੀਕ ਪੁਆਇੰਟ ਹੈ ਸਾਡਾ ਹੈ ਕਿ ਅਸੀਂ ਪ੍ਰੋਪਰ ਡਿਜ਼ਾਇਰਡ ਸਕੋਰ ਅਚੀਵ ਨਹੀਂ ਕਰ ਪਾ ਰਹੇ, ਤਾਂ ਇਹਨਾਂ ਕੋਲ ਆਇਲਟਸ ਕੋਚਿੰਗ ਵੀ ਹੈ ਪ੍ਰੋਪਰ, ਜਿੱਥੇ ਦਾਅਵਾ ਕਰ ਰਹੇ ਨੇ, ਖੁਦ ਤੁਹਾਡੇ ਸਾਹਮਣੇ ਸ਼ੋਅ ਦੇ ਵਿੱਚ ਬੈਠ ਕੇ ਦਾਅਵਾ ਕਰ ਰਹੇ ਨੇ ਕਿ ਤੁਹਾਡਾ ਰਿਕੁਆਇਰਡ ਬੈਂਡ ਸਕੋਰ ਤੁਹਾਨੂੰ ਅਚੀਵ ਕਰਾ ਕੇ ਹੀ ਤੁਹਾਨੂੰ ਅੱਗੇ ਵਧਾਇਆ ਜਾਏਗਾ। ਤੇ ਮੈਡਮ ਇਹਦਾ ਕਾਰਨ ਹੈ ਜੀ,
ਆਇਲਟਸ ਇੰਸਟੀਚਿਊਟਾਂ ਦਾ ਕੀ ਟਾਰਗੇਟ ਹੈ, ਕੀ ਪਰਪਸ ਹੈ, ਜਿੰਨੇ ਵੀ ਇੰਸਟੀਚਿਊਟ ਹੈ ਉਹਨਾਂ ਦਾ ਟਾਰਗੇਟ ਇਹ ਹੈ ਹਰ ਮਹੀਨੇ ਸਾਡੇ ਕੋਲ ਬੱਚਾ ਆਵੇ, ਪੜ੍ਹੇ ਤਾਂ ਫੀਸਾਂ ਦੇਵੇ। ਜੀ 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 3 ਮਹੀਨੇ ਛੱਡੋ, ਅਗਲੇ ਕਹਿੰਦੇ 6-6 ਮਹੀਨੇ ਸਾਡੇ ਕੋਲ ਹੀ ਲੱਗੇ ਰਹੋ। ਬਿਲਕੁਲ। ਕਦੀ ਕਹਿੰਦੇ ਤੁਹਾਡਾ ਬਿਗਨਰ ਬੈਚ ਹੈ, ਮਿਡਲ ਬੈਚ ਹੈ, ਐਗਜ਼ਾਮ ਬੈਚ ਹੈ, ਫਿਨਿਸ਼ਰ ਬੈਚ ਹੈ, ਟੌਡਲਰਸ ਹੈ। ਡਰਾਮੇਬਾਜ਼ੀ ਹੈ। ਮੈਂ ਇਹਨੂੰ ਡਰਾਮੇਬਾਜ਼ੀ ਇਸ ਲਈ ਕਹਿੰਦਾ, ਤੁਸੀਂ ਬੈਚ ਤਾਂ ਬਣਾਤੀ ਪਰ ਤੁਹਾਡੀ ਇੰਟੈਂਸ਼ਨ ਕੀ ਆ? ਤੁਹਾਡੀ ਇੰਟੈਂਸ਼ਨ ਹੈ ਕਿ ਬੱਚਾ ਤੁਹਾਡੇ ਕੋਲ ਸਾਲ 6-6 ਮਹੀਨੇ ਪੜ੍ਹੇ, ਇੱਥੇ ਹੀ ਕਾਲਜ ਯੂਨੀਵਰਸਿਟੀ ਬਣਾ ਦੇ, ਜਦ ਕਿ ਇਹ ਕ੍ਰੈਸ਼ ਕੋਰਸ ਹੈ, ਇਹ ਕੋਰਸ ਨਹੀਂ ਹੈ, ਦਿਸ ਇਜ਼ ਸਿੰਪਲ ਟੈਸਟ। ਬਿਲਕੁਲ ਬਿਲਕੁਲ। ਤੁਹਾਡੀ ਪ੍ਰੋਫੀਸ਼ੀਐਂਸੀ ਆਫ ਲੈਂਗੁਏਜ, ਤੁਸੀਂ 12ਵੀਂ ਤੱਕ ਕਿੰਨੀ ਇੰਗਲਿਸ਼ ਪੜ੍ਹੀ ਹੈ, ਤੁਹਾਨੂੰ ਲੋੜ ਨਹੀਂ ਹੈ ਕੋਚਿੰਗ ਦੀ, ਤੁਹਾਨੂੰ ਸਿਰਫ ਪਾਲਿਸ਼ ਦੀ ਲੋੜ ਹੈ। 1 ਮਹੀਨਾ 2 ਮਹੀਨਾ ਮੈਕਸਿਮਮ 3 ਮਹੀਨੇ ਜੀ ਤੁਸੀਂ ਉਸ ਤਰੀਕੇ ਨਾਲ ਪਾਲਿਸ਼ ਹੋ। ਜਦੋਂ ਤੁਹਾਡੇ 'ਚ ਉਹ ਚੀਜ਼ ਆ ਗਈ, ਤੁਹਾਡੀ ਗ੍ਰਾਮਰ ਸੈੱਟ ਹੋ ਗਈ, ਤੁਹਾਨੂੰ ਬੋਲਣਾ ਪਤਾ ਲੱਗ ਗਿਆ, ਤੁਹਾਨੂੰ ਲਿਸਨਿੰਗ ਸਮਝ ਪੈ ਗਈ, ਤੁਹਾਨੂੰ ਰੀਡਿੰਗ ਸਮਝ ਪੈ ਗਈ, ਸਾਡਾ ਟਾਰਗੇਟ ਖਤਮ। ਬਿਲਕੁਲ। ਸਾਡਾ ਮਕਸਦ ਹੈ ਬੱਚੇ ਦੇ ਬਹਿਣ ਆਉਣ ਤਾਂ ਅਸੀਂ ਵੀਜ਼ਾ ਅਪਲਾਈ ਕਰੀਏ, ਲਿਆਈਏ। ਬਿਲਕੁਲ ਬਿਲਕੁਲ। ਇਹ ਨਹੀਂ ਵੀ ਅਸੀਂ ਆਇਲਟਸ ਦੇ ਪੈਸੇ ਲੈ ਲਏ, ਹੁਣ ਵੀਜ਼ੇ ਦੇ ਪੈਸੇ ਲਵਾਂਗੇ, ਹੁਣ ਕਿਸੇ ਹੋਰ ਚੀਜ਼ ਦੇ ਲਵਾਂਗੇ। ਸਾਡਾ ਮਕਸਦ ਸਿਰਫ ਇੰਨਾ ਆ, ਬੱਚਾ ਸਾਡੇ ਕੋਲ ਆ ਗਿਆ, ਪੜ੍ਹਾਈ ਕਰੇ, ਆਪਣੇ ਬੈਂਡ ਲੈ ਕੇ ਆਵੇ, ਅਸੀਂ ਉਹਦੇ ਕੋਲੋਂ ਪੈਸੇ ਨਹੀਂ ਲਵਾਂਗੇ ਅਪਲਾਈ ਕਰਨ ਦੇ। ਓਕੇ। ਵੀਜ਼ਾ ਲਿਆ ਕੇ ਦਵਾਂਗੇ, ਫਿਰ ਅਸੀਂ ਆਪਣੀ ਫੀਸ ਦੇ ਅਸੀਂ ਹੱਕਦਾਰ ਹੁੰਨੇ। ਸੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਵਿਜੇ ਗੱਲ ਕਰ ਰਿਹਾ ਮੈਂ ਪਠਾਨਕੋਟ ਤੋਂ। ਹਾਂਜੀ ਕੀ ਸਵਾਲ ਹੈ ਵਿਜੇ ਜੀ? ਹਾਂਜੀ ਹਾਂਜੀ ਮੈਮ, ਮੇਰਾ ਇਹ ਸਵਾਲ ਇਹ ਹੈ ਕਿ ਮੈਂ ਬੀਟੈਕ ਕੀਤੀ ਹੈ ਕੈਮੀਕਲ ਤੋਂ। ਹਾਂਜੀ। ਤੇ ਆਇਲਸ ਕੀਤੀ ਹੋਈ ਹੈ, ਪਰ ਮੇਰੇ ਜਿਹੜੇ ਬੈਂਡ ਹੈ ਇੱਕ 'ਚ 5.5 ਹੈ, ਬਾਕੀ ਸਾਰਿਆਂ 'ਚ 6 ਤੋਂ ਉੱਪਰ ਹੈ। ਓਕੇ। ਬਟ ਮੈਂ ਜਾਣਾ ਅਮਰੀਕਾ ਚਾਹੁੰਦਾ ਹਾਂ ਤੇ ਮੈਂ ਸਰ ਕੋਲ ਰਾਏ ਲੈਣਾ ਚਾਹੁੰਦਾ ਸੀ ਵੀ ਮੈਂ ਕਿਆ ਮੈਂ ਐਲੀਜੀਬਲ ਹੈਗਾ, ਮੈਂ ਜਾ ਸਕਦਾ ਅਮਰੀਕਾ ਪੜ੍ਹਨ ਲਈ ਅੱਗੇ? ਜੀ ਵਿਜੇ ਜੀ, ਤੁਸੀਂ ਐਲੀਜੀਬਲ 100% ਹੋ USA ਵਾਸਤੇ। ਜੇ ਤੁਸੀਂ ਪੁੱਛੋਗੇ ਕੈਨੇਡਾ ਵਾਸਤੇ ਤਾਂ ਨਹੀਂ ਹੋ। ਠੀਕ ਹੈ। USA ਵਾਸਤੇ ਐਲੀਜੀਬਲ ਇਸ ਲਈ ਹੋ ਕਿ USA ਨੂੰ ਬੈਂਡ ਹੀ 6 ਚਾਹੀਦੇ ਆ, 6.5 ਬੈਂਡ। ਤੁਸੀਂ ਬੀਟੈਕ ਕੀਤੀ ਹੈ, ਕੋਰਸਿਸ ਤੁਹਾਡੇ ਲਈ ਲੌਜਿਸਟਿਕਸ ਚਾਹੁੰਦਾ ਹੈ, SCM ਸਪਲਾਈ ਚੇਨ ਮੈਨੇਜਮੈਂਟ ਚਾਹੁੰਦਾ ਹੈ, ਅਪਲਾਈਡ ਸਾਇੰਸ ਚਾਹੁੰਦਾ, ਕਈ ਕੋਰਸਿਸ ਨੇ ਜਿਹੜੇ ਤੁਸੀਂ ਯੂਨੀਵਰਸਿਟੀ 'ਚ ਲੈ ਸਕਦੇ ਹੋ। ਬਟ ਜੇ ਤੁਸੀਂ ਕੈਨੇਡਾ ਦੀ ਗੱਲ ਕਰੋ ਅਪਲਾਈ ਕਰਨ ਤੇ, ਤੁਹਾਡਾ ਵੀਜ਼ਾ ਨਹੀਂ ਲੱਗਣਾ। ਓਕੇ। ਅਮਰੀਕਾ ਤੁਹਾਡਾ ਬਿਲਕੁਲ ਬਣ ਜਾਏਗਾ। ਆਇਲਟਸ ਕੀਤੀ ਹੈ ਤੁਸੀਂ, BSc ਬੀਟੈਕ ਮੈਕੈਨੀਕਲ ਹੋ, ਯੂ ਆਰ ਰੀਅਲੀ ਐਲੀਜੀਬਲ। ਤੁਹਾਨੂੰ ਸਿਰਫ ਵਧੀਆ ਯੂਨੀਵਰਸਿਟੀ ਚਾਹੀਦੀ ਹੈ, ਇੱਕ ਤੁਹਾਡੇ ਸਪੀਕਿੰਗ ਸਕਿੱਲਸ ਚੰਗੇ ਹੋਣ। ਇੰਟਰਵਿਊ ਅਸੀਂ 2 ਮਿੰਟ ਦਾ ਇੰਟਰਵਿਊ ਦੇ ਕੇ 5 ਸਾਲ ਦਾ F1 ਵੀਜ਼ਾ ਲੱਗਦਾ। ਜੀ ਥੈਂਕ ਯੂ ਜੀ ਸਾਡੇ ਸ਼ੋਅ ਵਿੱਚ ਕਾਲ ਕਰਨ ਦੇ ਲਈ। ਤੇ ਇੱਥੇ ਮੈਂ ਨਾ ਜਿਹੜਾ ਇੱਕ ਪੁਆਇੰਟ ਆਪਾਂ ਕੈਨੇਡਾ ਦਾ ਇੱਕ ਪੁਆਇੰਟ ਹੋਰ ਕਲੀਅਰ ਕਰਕੇ, ਲੋਨ ਬਾਰੇ ਜੋ ਤੁਸੀਂ ਗੱਲ ਕੀਤੀ ਸੀ, ਮੈਂ ਉਸ ਨੂੰ ਹੋਰ ਥੋੜਾ ਚਾਹੂੰਗੀ ਕਿ ਕਲੀਅਰ ਆਪਾਂ ਕਰੀਏ ਡਿਫਾਈਨ, ਤਾਂ ਕਿ ਜਿਹੜੇ ਦਰਸ਼ਕ, ਕਿਉਂਕਿ ਪੇਰੈਂਟਸ ਵੀ ਸ਼ੋਅ ਵੇਖ ਰਹੇ ਹੁੰਦੇ ਨੇ, ਉਹ ਵੀ ਇਹਨਾਂ ਚੀਜ਼ਾਂ ਨੂੰ ਪ੍ਰੋਪਰ ਸਮਝ ਸਕਣ। ਉਸ ਤੋਂ ਬਾਅਦ ਆਪਾਂ USA ਬਾਰੇ ਵੀ ਗੱਲ ਡਿਟੇਲ 'ਚ ਜ਼ਰੂਰ ਕਰਾਂਗੇ। ਜੀ ਮੈਡਮ ਦੇਖੋ, ਜੇ ਲੋਨ ਦਾ ਆਮ ਨਾਟ ਅ ਬੈਂਕਰ ਔਰ ਨਾ ਅਸੀਂ ਦੇਣਾ ਬੈਂਕਾਂ ਨੇ। ਓਕੇ। ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਂ ਗੱਲ ਦੱਸਾਂਗਾ, ਸਰਕਾਰੀ ਬੈਂਕ ਦਾ ਜਿਹੜਾ ਇੰਟਰਸਟ ਰੇਟ ਹੈ ਉਹ 6% 7% ਆ। ਜੀ ਸਟੱਡੀ ਲੋਨ। ਜੀ ਜੀ ਬਿਲਕੁਲ, ਇਸ ਤੋਂ ਜ਼ਿਆਦਾ ਨਹੀਂ ਹੈ। ਪ੍ਰਾਈਵੇਟ ਵਾਲਾ ਨੈਚੁਰਲੀ ਜੇ ਤੁਹਾਨੂੰ ਲੋਨ ਦੇਗਾ, ਇਨਸਿਕਿਉਰਡ ਦੇਗਾ, ਸਿਕਿਉਰਡ ਤਾਂ ਦੇਗਾ ਨਹੀਂ, ਉਹ ਤੁਹਾਡੇ ਕੋਲ ਇੰਟਰਸਟ 11% 12% ਲਏਗਾ। ਇੱਥੇ ਮੈਟਰ ਨਹੀਂ ਕਰਦਾ 11% 12% 6 ਮੈਟਰ ਇਹ ਕਰਦਾ ਸਾਨੂੰ ਫੀਸ ਦੇ ਪੈਸੇ ਆ ਜਾਣ। ਬਿਲਕੁਲ ਜੀ। ਬੱਚਾ ਕੈਨੇਡਾ ਪਹੁੰਚ ਗਿਆ ਲਾ ਦੂਗਾ। ਨੰਬਰ 2 ਗੱਲ, 3.5 ਲੱਖ ਰੁਪਏ ਤੱਕ ਲੋਨ ਸਰਕਾਰੀ ਬੈਂਕ ਵੀ ਤੁਹਾਨੂੰ ਬਿਨਾਂ ਗਾਰੰਟੀ ਤੋਂ ਦੇ ਦਿੰਦੇ, ਕਾਲਜ ਦੀ ਲੈਟਰ ਤੇ ਹੀ ਦੇ ਦੇਣਗੇ। ਲੋਨ ਡਿਗਰੀ ਤੇ ਮਿਲਣਾ ਹੈ ਜੀ, ਪ੍ਰਾਈਵੇਟ ਵਾਲੇ ਡਿਪਲੋਮੇ ਤੇ ਵੀ ਦੇ ਦਿੰਦੇ ਆ। ਜੀ ਜੀ ਜੀ। ਸਰਕਾਰੀ ਨੇ ਸਿਰਫ ਡਿਗਰੀ ਪ੍ਰੋਗਰਾਮ ਤੇ ਹੀ ਲੋਨ ਦੇਣਾ। ਬਿਲਕੁਲ। ਹੁਣ 3.5 ਲੱਖ ਤੋਂ 7 ਲੱਖ ਦਾ ਲੋਨ ਜੇ ਤੁਸੀਂ ਲੈਣਾ ਆ, ਉਹ ਤੁਹਾਨੂੰ ਕੋਈ ਤੁਹਾਡੇ ਕੋਲ ਸਰਕਾਰੀ ਗਰੰਟਰ ਹੈਗਾ? ਜੇ ਤੁਸੀਂ ਸਰਕਾਰੀ ਬੈਂਕ ਤੋਂ ਲੋਨ ਲੈਣਾ, ਪ੍ਰਾਈਵੇਟ ਤੋਂ ਨਹੀਂ ਹੈਗਾ, ਗਰੰਟਰ ਦੇ ਦੇਣਗੇ ਜੀ। 7 ਲੱਖ ਤੱਕ ਤਾਂ ਮੈਡਮ GIC ਚਲੀ ਜਾਂਦੀ ਆ। ਓਕੇ। 6 ਲੱਖ ਦਾ GIC ਚਲੀ ਜਾਂਦੀ ਹੈ ਜੇ ਫੀਸ ਬੱਚੇ ਕੋਲ ਹੈਗੀ ਹੈ ਜੀ। ਬਿਲਕੁਲ ਬਿਲਕੁਲ। ਹੁਣ ਜਿਹੜੇ ਲੋਕਾਂ ਨੂੰ ਫੀਸ ਵੀ ਚਾਹੀਦੀ ਹੈ, ਥੋੜਾ ਬਹੁਤਾ GIC ਦਾ ਘਟਦਾ ਆ ਵੀ ਨਹੀਂ, ਇਸ ਤੋਂ ਬਾਅਦ ਫੀਸ ਦਾ ਲੋਨ ਮਿਲ ਜੇ, ਉਹਨਾਂ ਨੂੰ ਕੋਈ ਨਾ ਕੋਈ ਗਰੰਟੀ ਦੇਣੀ ਪੈਂਦੀ ਆ। ਜੀ ਜੀ ਜੀ। ਚਾਹੇ ਪ੍ਰਾਪਰਟੀ ਤੋਂ ਰਿਲੇਟਡ ਜਾਂ ਕਿਸ ਚੀਜ਼ ਤੋਂ, ਇਹ ਸਰਕਾਰੀ ਗਰੰਟਰ ਵੀ ਹੋਏ। ਬਿਲਕੁਲ। 7 ਲੱਖ ਤੋਂ ਉੱਪਰ ਉਹ ਚੱਲਦਾ। ਇਹ ਸਰਕਾਰੀ ਬੈਂਕ ਦਾ ਅਸੂਲ ਆ ਜੀ। ਪ੍ਰਾਈਵੇਟ ਤੋਂ ਇਹਨਾਂ ਨੂੰ ਲੋਨ ਮਿਲ ਜਾਣਗੇ, ਉਹ ਆਪਣੇ ਡਿਟੇਲਸ ਕਰਾਉਂਦੇ ਆ। ਪਰ ਅੱਜ ਦਿਨ ਤੱਕ ਮੈਂ ਨਹੀਂ ਦੇਖਿਆ ਜਿਹੜੇ ਬੱਚੇ ਨੇ ਸਟੱਡੀ ਲੋਨ ਲਿੱਤਾ ਉਹ ਬਾਹਰ ਗਿਆ, ਉਹ ਡਿਫਾਲਟਰ ਕਦੇ ਨਹੀਂ ਹੋਇਆ। ਸਟੱਡੀ ਲੋਨ ਜੇ ਕਿਸੇ ਕੋਲ ਪੈਸੇ ਕੱਢਦੇ ਆ, ਲਓ ਜਾਓ, ਤੁਹਾਡੇ ਪੈਸੇ ਚੁੱਕਦੇ ਆ। ਕੰਟਰੀ ਵਧੀਆ ਹੁਣ ਚਾਹੀਦੀ, ਚਾਹ ਕੈਨੇਡਾ ਹੋਵੇ ਜਾਂ USA ਹੋਵੇ। ਇਹ ਤੋਂ ਇਲਾਵਾ ਆਸਟ੍ਰੇਲੀਆ ਵੀ ਚੱਲਦੀ ਹੈ ਚੀਜ਼, ਬਟ ਅੱਜ ਦੀ ਡੇਟ 'ਚ ਮੈਂ ਅੱਜ ਇਸ ਸ਼ੋਅ 'ਚ, ਅਗਲੇ 'ਚ ਮੈਂ ਰਿਕਮੈਂਡ ਕਰਾਂ ਨਾ ਕਰਾਂ, ਅੱਜ ਮੈਂ ਰਿਕਮੈਂਡ ਨਹੀਂ ਕਰਾਂਗਾ। ਓਕੇ। ਜੋ ਹੁਣ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਮੈਡਮ, ਮੇਰੇ ਬੱਚਿਆਂ ਦੇ ਵੀਜ਼ੇ ਆਏ ਹੋਏ, ਮੈਂ ਤੁਹਾਨੂੰ ਮਿਲਾ ਦੂੰਗਾ, ਮੇਰੇ ਕੋਲ ਆਫਿਸ ਆਇਆ ਜੀ। ਹਾਲੇ ਤੱਕ ਫਲਾਈ ਨਹੀਂ ਕੀਤਾ ਉਹਨਾਂ ਨੇ। ਓਕੇ। ਮੈਂ ਸਾਫ਼ ਗੱਲ ਕਰਾਂਗਾ, ਅਸੀਂ ਵੀਜ਼ੇ ਦਵਾ ਰਹੇ ਹਾਂ, 100% ਆ ਰਹੇ ਹਾਂ।
ਆਸਟ੍ਰੇਲੀਆ ਜਦੋਂ ਓਪਨ ਕਰੂਗਾ ਤਾਂ ਮੈਂ ਵੀਜ਼ੇ ਦਵਾਂਗਾ। ਮੈਂ ਅੱਜ ਕਿਵੇਂ ਕਹਿਣਾ ਸ਼ੁਰੂ ਕਰਦਾ ਆਜੋ ਸਾਰੇ ਮੇਰੇ ਕੋਲ ਆਸਟ੍ਰੇਲੀਆ ਲਈ। ਜਿਹੜੇ ਲੋਕਾਂ ਨੇ ਜਾਣਾ ਸੀ ਅਪਲਾਈ ਕਰਨਾ ਸੀ ਕੀਤਾ, ਜਿਨ੍ਹਾਂ ਨੂੰ ਮੈਂ ਸਮਝਾਇਆ ਵੀ ਕਿ ਮਾਰਚ ਤੋਂ ਬਾਅਦ ਫਲਾਈਟਾਂ ਹੋਣਗੀਆਂ, ਹਾਲੇ ਸਾਡੇ ਕੋਲ ਨੋਟੀਫਿਕੇਸ਼ਨ ਨਹੀਂ ਆ ਰਹੀ। ਪਰ ਮੈਂ ਤੇ ਸਵਾਲ ਕਰਨਾ ਚਾਹੂੰਗੀ, ਜੋ ਹੁਣ ਆਪਾਂ ਅਸੀਂ ਮਾਰਕੀਟ ਵਿੱਚ ਇੱਕ ਰੁਝਾਨ ਦੇਖ ਰਹੇ ਹਾਂ ਕਿ ਜਿੰਨੇ ਵੀ ਕੰਸਲਟੈਂਟਸ ਨੇ ਆਸਟ੍ਰੇਲੀਆ ਨੂੰ ਰਿਕਮੈਂਡ ਕਰ ਰਹੇ ਨੇ। ਮੈਡਮ ਰੁਝਾਨ ਕੌਣ ਬਣਾਉਂਦਾ ਜੀ? ਪ੍ਰਾਪਰਟੀ ਦਾ ਰੁਝਾਨ ਕੌਣ ਬਣਾਉਂਦਾ? ਡੀਲਰ ਮਿਲ ਕੇ ਬਣਾ ਦਿੰਦੇ। ਤੇ ਬਾਹਰਲੀ ਕੰਟਰੀ ਦਾ ਰੁਝਾਨ ਕੌਣ ਬਣਾਉਂਦਾ? ਏਜੰਟ ਮਿਲ ਕੇ ਬਣਾ ਦਿੰਦੇ। ਆਸਟ੍ਰੇਲੀਆ ਨੇ ਕਦੋਂ ਕਿਹਾ ਵੀ ਮੈਂ ਇੰਡੀਆ ਤੋਂ ਸਟੂਡੈਂਟਸ ਹੁਣ ਜੈਨ ਇਨਟੇਕ ਵਾਲਿਆਂ ਦੀ ਫਲਾਈਟਾਂ ਫਲਾਣੀ ਡੇਟ ਤੋਂ ਸਟਾਰਟ ਹੋ ਰਹੀਆਂ। ਜੇ ਕਿਹਾ ਦੱਸ ਦਿਓ ਨੋਟੀਫਿਕੇਸ਼ਨ ਆਈ ਹੋਈ ਆ, ਅਸੀਂ ਅਪਡੇਟ ਕਰ ਦਿੰਦੇ ਆ ਆਪਣੇ ਬੱਚਿਆਂ ਨੂੰ, ਅਸੀਂ ਵੀ ਦੱਸਾਂਗੇ। ਸਾਨੂੰ ਤਾਂ ਖੁਸ਼ੀ ਹੈ ਵੀ ਸਾਡੇ ਬੱਚਿਆਂ ਦੇ ਵੀਜ਼ੇ ਆਉਣ ਤੇ ਜਾਣ, ਅਸੀਂ ਕੋਈ ਇਹਨਾਂ ਨੂੰ ਇੱਥੇ ਰੱਖ ਕੇ ਖੁਸ਼ ਆ। ਇੰਨੀਆਂ ਫੀਸਾਂ ਨੇ ਮੈਡਮ 10-10 12-12 ਲੱਖ 8 ਲੱਖ 10 ਲੱਖ 12 ਲੱਖ ਯੂਨੀਵਰਸਿਟੀ ਦੀ ਫੀਸਾਂ ਭਰ ਕੇ ਬੱਚਾ ਮੇਰਾ ਇੱਥੇ ਪੜ੍ਹੇ, ਮੈਂ ਇਹਦੇ ਹੱਕ 'ਚ ਨਹੀਂ ਹੈਗਾ। ਚਾਹੇ ਕੈਨੇਡਾ ਸੀਗਾ, ਮੇਰਾ ਇੱਕ ਵੀ ਬੱਚਾ ਤੁਸੀਂ ਦਿਖਾ ਦਿਓ ਜਦੋਂ ਕੋਵਿਡ ਸੀਗਾ ਆਨਲਾਈਨ ਕਲਾਸਾਂ ਅਸੀਂ ਲਵਾਈਆਂ, ਹੁਣ ਬਿਲਕੁਲ ਨਹੀਂ। ਅਸੀਂ ਕਾਲਜ ਤੋਂ ਪਰਮਿਸ਼ਨਾਂ ਦਵਾ ਕੇ ਵੀ ਕੋਵਿਡ ਦੀਆਂ ਰਹਿਣ ਦੀਆਂ ਅਸੀਂ ਆਪਣੇ ਸਾਰੇ ਬੱਚੇ ਉੱਥੇ ਪਹੁੰਚਾਏ ਆ। ਸੇਮ ਗੱਲ ਅਸੀਂ ਆਸਟ੍ਰੇਲੀਆ ਦੀ ਵੀ ਕਰਾਂਗੇ। ਜੇ ਸਾਡੇ ਕੋਲ ਬੱਚਾ ਆ ਗਿਆ, ਮੈਂ ਇੱਥੇ ਉਹਨੂੰ ਆਨਲਾਈਨ ਕਲਾਸਾਂ ਨਹੀਂ ਲੱਗਣ ਦਊਂਗਾ। ਬਹੁਤ ਉਹਦਾ ਵੀਜ਼ਾ ਦਵਾ ਕੇ, ਪ੍ਰਾਇੋਰਟੀ ਵੀਜ਼ਾ ਆ, ਵੀਜ਼ਾ ਆ ਗਿਆ ਉਹਦੀ ਫਲਾਈਟ ਹੋਊਗੀ, ਔਰ ਇਸੇ ਲਈ ਅਸੀਂ ਉਹਨੂੰ ਰਿਕਮੈਂਡ ਨਹੀਂ ਕਰਦੇ। ਜੀ ਬਿਲਕੁਲ। ਸੋ ਕਾਲਰ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਕਾਲ ਅਸੀਂ ਰਿਸੀਵ ਕਰ ਲਈ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਂ ਪੰਜਾਬ ਦੀ ਗੱਲ ਕਰ ਰਿਹਾ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਪੀਆਰ ਲਈ ਪੁੱਛਣਾ ਜੀ, ਫਾਰਮਿੰਗ ਲਈ ਪੀਆਰ ਵਾਸਤੇ। ਅੱਛਾ, ਹਾਂਜੀ ਤੁਸੀਂ ਫਾਰਮਰ ਹੋ ਜੀ? ਹਾਂਜੀ। ਪਹਿਲੇ ਜੀ ਬਹੁਤ ਤੁਹਾਡਾ ਧੰਨਵਾਦ ਕਾਲ ਕਰਨ ਦਾ। ਫਾਰਮਰ ਦਾ ਕੀ ਮੈਂ ਪੀਆਰ ਦਾ ਜੀ, ਤੁਹਾਡਾ ਸ਼ੁਭ ਨਾਮ ਕੀ ਆ? ਪਰਮਿੰਦਰ ਹੈ ਜੀ। ਰਵਿੰਦਰ ਜੀ, ਤੁਹਾਡਾ ਜੋ ਮੈਂ ਦੇਖ ਰਿਹਾ ਫਾਰਮਿੰਗ ਵਾਲਿਆਂ ਦੇ ਵੀ ਪ੍ਰੋਗਰਾਮ ਕੈਨੇਡਾ ਗਵਰਨਮੈਂਟ ਨੇ ਚਲਾਏ ਹੋਏ ਆ, ਇਹਦੀ ਡਿਟੇਲ ਬਰੀਫਿੰਗ ਲੈਣੀ ਬਹੁਤ ਜ਼ਰੂਰੀ ਹੈ। ਪੀਆਰ ਮੈਡਮ 3 ਤੋਂ 4 ਤਰ੍ਹਾਂ ਦੀ ਹੋ ਰਹੀ ਹੈ ਜੀ। ਰਵਿੰਦਰ ਜੀ, ਇਹ ਬਹੁਤ ਵੱਡਾ ਪ੍ਰੋਜੈਕਟ ਹੈ। ਪ੍ਰੋਜੈਕਟ ਇਨ ਦਾ ਸੈਂਸ ਪੁਆਇੰਟ ਬੇਸਡ ਸਿਸਟਮ ਹੈ। ਅਟਲਾਂਟਾ ਪਾਇਲਟ ਪ੍ਰੋਗਰਾਮ ਅਲੱਗ ਹੈ, ਫਾਰਮਰ ਪਾਇਲਟ ਪ੍ਰੋਗਰਾਮ ਅਲੱਗ ਹੈ ਜੀ। ਫਾਰਮਰ ਪਾਇਲਟ ਪ੍ਰੋਗਰਾਮ ਦੇ ਅੰਡਰ ਤੁਸੀਂ ਆਉਂਦੇ ਹੋ, ਉਹ ਕਿੱਦਾਂ ਜਾਣਨ ਲਈ ਤੁਹਾਨੂੰ ਸਾਡੇ ਕੋਲ ਆਉਣਾ ਪਏਗਾ ਜੀ। ਜੇ ਮੈਂ ਕਹਾਂਗੀ ਮੈਂ ਫੋਨ ਤੇ ਪੂਰਾ ਪ੍ਰੋਗਰਾਮ ਤੁਹਾਨੂੰ ਐਕਸਪਲੇਨ ਕਰ ਦਾਂਗਾ, ਨਹੀਂ ਕਰ ਸਕਾਂਗਾ, ਨਹੀਂ ਹੋ ਪਾਏਗਾ। ਬਿਲਕੁਲ ਤੇ ਅਸੀਂ ਜ਼ਰੂਰ ਮੈਂ ਤਾਂ ਸਿਰਫ ਇੰਨੀ ਗੱਲ ਕਰਦਾ ਪਿਆ ਕਿ ਹੋ ਜਾਏਗਾ ਮੇਰਾ। ਦੇਖੋ ਜੀ, ਉਹ ਦੇਖ ਕੇ ਦੱਸਾਂਗੇ ਵੀ ਤੁਸੀਂ ਪੜ੍ਹੇ ਲਿਖੇ ਕਿੰਨਾ ਕੁ, 10ਵੀਂ 12ਵੀਂ ਤੁਹਾਡੀ ਘੱਟੋ ਘੱਟ ਕੀਤੀ ਹੈ, ਗ੍ਰੈਜੂਏਟ ਹੈਗੇ ਹੋ ਤੁਸੀਂ, ਜੇ ਫਾਰਮ ਕਿੰਨੇ ਦੇ ਭਰਦੇ ਹੋ, ਕਿੰਨੇ ਚਿਰ ਤੋਂ ਖੇਤੀ ਕਰ ਰਹੇ ਹੋ, ਝੋਨੇ ਦੀ ਖੇਤੀ ਲੱਗ ਹੋ ਰਹੀ ਹੈ, ਗੰਨੇ ਦੀ, ਨਰਮੇ ਦੀ, ਕਿਹਦੀ ਕੰਮ ਕਰ ਰਹੇ ਹੋ, ਕਿ ਤੁਹਾਡੀ ਪੀੜ੍ਹੀ ਦਰ ਪੀੜ੍ਹੀ ਕੰਮ ਚੱਲ ਰਿਹਾ ਹੈ। ਫਿਰ ਉਸ ਤੋਂ ਰਿਲੇਟਡ ਤੁਹਾਨੂੰ ਅਸੀਂ ਕੈਨੇਡਾ ਦੇ ਵਿੱਚ ਕਿਸ ਆਰਗੈਨਿਕ ਟਾਈਪ ਦੀ ਖੇਤੀ ਹੁੰਦੀ ਹੈ, ਕਿਹੜੇ ਏਰੀਏ 'ਚ ਹੈ, ਇਹਦੇ ਵਿੱਚ ਵੀ EMPLOYER ਸਿਸਟਮ ਚੱਲਦਾ ਜੀ। ਦਿਸ ਇਜ਼ ਡਿਫਰੈਂਟ। ਮੈਂ ਉਹੀ ਕਹਿ ਰਿਹਾ, ਇਹ ਬਹੁਤ ਟੈਕਨੀਕਲੀ ਲੰਬਾ ਚੌੜਾ ਸਿਸਟਮ ਹੈ। ਤੁਹਾਨੂੰ ਇਹ ਸਮਝਾਉਂਦੇ ਮੈਂ ਮੋਟਾ ਇਹ ਦੱਸ ਸਕਦਾ ਵੀ ਜੇ ਅਸੀਂ PR ਦੀ ਗੱਲ ਕਰੀਏ ਤੇ ਐਕਸਪ੍ਰੈਸ ਐਂਟਰੀ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਕਿਊਬਿਕ ਸਿਲੈਕਟਡ ਵਰਕਰਸ, ਕੇਅਰ ਗਿਵਰਸ, ਅਟਲਾਂਟਾ ਪਾਇਲਟ ਪ੍ਰੋਗਰਾਮ ਔਰ ਫਾਰਮਰ ਪਾਇਲਟ ਪ੍ਰੋਗਰਾਮ, ਇਹ 5-6 ਪ੍ਰੋਗਰਾਮ ਨੇ ਜਿਹਦੇ ਤਹਿਤ PR ਹੁੰਦੀ ਹੈ। ਐਕਸਪ੍ਰੈਸ ਐਂਟਰੀ ਨੂੰ ਸਾਰੇ ਜਾਣਦੇ ਕਿ 1200 ਪੁਆਇੰਟ ਹੋਣੇ ਚਾਹੀਦੇ ਆ, ਉਸ ਚੋਂ 476 ਦਾ ਮੈਰਿਟ ਚੱਲ ਰਿਹਾ, ਜਿਹਦੇ ਆਇਲਟਸ 'ਚ ਲਿਸਨਿੰਗ 'ਚ 8 ਨੇ ਤੇ ਬਾਕੀਆਂ 7 ਤੋਂ ਉੱਪਰ ਜਾਂ 7 ਹੋਣ, ਗ੍ਰੈਜੂਏਸ਼ਨ ਤੋਂ ਉੱਪਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ, ਉਮਰ 30 ਸਾਲ ਹੋਵੇ, ਤਜਰਬਾ ਘੱਟੋ ਘੱਟ 3 ਤੋਂ 4 ਸਾਲ ਦਾ ਹੋਵੇ, ਉਹਦੇ ਪੁਆਇੰਟ ਬਣ ਜਾਂਦੇ। ਮੈਰਿਟ ਨਾ ਹੋਵੇ, ਮੈਰਿਟ ਹੋਊਗੇ ਪੁਆਇੰਟ ਕੱਟ ਜਾਣਗੇ। ਇਹਦਾ ਅਲੱਗ ਹੈ ਸਪਾਊਸ ਦਾ ਸਿਸਟਮ। ਐਕਸਪ੍ਰੈਸ ਐਂਟਰੀ ਵਾਲੇ ਦੀ ਉਹ ਮੈਰਿਟ ਹੈ। ਜਿਹੜੀ ਕਰੀਮ ਹੈ ਉਹ ਅਪਲਾਈ ਕਰ ਰਹੀ ਹੈ, ਲਾਟ ਹਲੇ ਬੰਦ ਹੋਇਆ ਪਿਆ, ਲੋਟਰੀ ਸਿਸਟਮ ਹੈ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਕੀ ਹੁੰਦਾ, ਸੂਬੇ ਦਾ ਆਪਣਾ ਪ੍ਰੋਗਰਾਮ, ਅਲਬਰਟਾ ਦਾ ਆਪਣਾ ਹੈ, ਸਕੈਚਵਨ ਦਾ ਆਪਣਾ ਹੈ, ਮੈਨੀਟੋਬਾ ਸੂਬਾ ਆ ਉਹਦਾ ਆਪਣਾ, ਕਿਊਬਿਕ ਸੂਬੇ ਅਲੱਗ ਨੇ, ਪ੍ਰਿੰਸ ਐਡਵਰਡ, ਨੋਵਾ ਸਕੋਟੀਆ, ਨਿਊਜ਼ ਬਰੁੰਸਵਿਕ, ਇਹ ਸੂਬਿਆਂ ਦਾ ਪ੍ਰੋਗਰਾਮ ਅਲੱਗ ਹੈ। ਇਹ ਪ੍ਰੋਵਿੰਸ਼ੀਅਲ ਨੋਮੀਨੀ ਨਹੀਂ ਹੈਗਾ, ਇਹ ਅਟਲਾਂਟਾ ਪਾਇਲਟ 'ਚ ਆਉਂਦੇ ਨੇ। ਇਹ ਜਿਹੜੇ ਸੂਬੇ ਨੇ ਅਲਬਰਟਾ, BC, ਮੈਨੀਟੋਬਾ, ਇਹ ਅਲੱਗ ਸੂਬੇ ਹੁੰਦੇ ਜੀ। ਇਹਨਾਂ ਦੇ ਪ੍ਰੋਗਰਾਮਾਂ ਦੇ ਨਾਮ ਨੇ AINP, MINP, SIN, ਪਰ ਇਹ ਕਰਦੇ ਕੀ ਨੇ? ਹਰ ਇੱਕ ਸੂਬੇ 'ਚ 4000, 5000, 6 ਬੰਦੇ ਦੀ ਰਿਕੁਆਇਰਮੈਂਟ ਹਰ ਸਾਲ ਹੈ। ਇਹਨਾਂ ਨੂੰ ਇਲੈਕਟ੍ਰੀਕਲ ਚਾਹੀਦੇ ਨੇ, ਪਲੰਬਰ ਚਾਹੀਦੇ ਨੇ, ਇਹਨਾਂ ਨੂੰ ਪਾਈਪ ਫਿਟਰ ਚਾਹੀਦੇ ਨੇ, ਕੋਲ ਮਾਈਨ ਇੰਜੀਨੀਅਰ ਚਾਹੀਦੇ ਨੇ। ਹਰ ਸੂਬੇ ਦੀ ਆਪਣੀ ਰਿਕੁਆਇਰਮੈਂਟ ਹੈ, ਬਿਲਕੁਲ ਉਹ ਡਿਮਾਂਡ ਕ੍ਰੀਏਟ ਹੁੰਦੀ ਆ। ਫਿਰ ਸਾਡੇ ਕੋਲ ਬੰਦੇ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ ਆ, ਡਿਗਰੀ ਕੀਤੀ ਆ, 3 ਸਾਲ ਦਾ ਤਜਰਬਾ ਆ, 4 ਸਾਲ ਦਾ, ਆਈਲੈਟਸ ਤੇ ਕੋਈ ਚੱਕਰ ਨਹੀਂ, 6 ਬੈਂਡ ਹੁਣ 5.5 ਵੀ ਚੱਲਦੇ। ਇਹਦੇ 'ਚ ਕੀ ਚੱਲਦਾ, ਜਦੋਂ ਤੁਸੀਂ ਫਾਈਲ ਲਾਉਂਦੇ ਹੋ, ਸਟੇਟ ਤੁਹਾਨੂੰ ਨੋਮੀਨੇਟ ਕਰਨੀ ਚਾਹੀਦੀ ਹੈ। ਸਟੇਟ ਨੋਮੀਨੇਟ ਕਰੂਗੀ, ਲੈਟਰ ਆਫ ਇੰਟੈਂਟ ਸਟੇਟ ਆਊਗਾ, ਸਟੇਟ ਦਊਗੀ। ਜੇ ਸਟੇਟ ਤੁਹਾਨੂੰ ਲੈਟਰ ਦੇ ਦਿੰਦੀ ਆ, ਤੁਹਾਡੀ PR ਹੋਊਗੀ ਜੀ। ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਰੂਲ ਤਾਂ ਫੈਡਰਲ ਗਵਰਨਮੈਂਟ ਦੇ ਫੋਲੋ ਕਰਨੇ ਪੈਣਗੇ। ਇਹਦੇ 'ਚ ਕੀ ਹੈ, ਜਦੋਂ ਤੁਸੀਂ ਫੈਡਰਲ ਗਵਰਨਮੈਂਟ ਦੇ ਸਿਸਟਮ 'ਚ ਅਪਲੋਡ ਹੁੰਦੇ ਹੋ, ਫੈਡਰਲ ਗਵਰਨਮੈਂਟ ਕਹਿੰਦੀ ਹੈ ਤੁਸੀਂ ਆਪਣਾ ਪ੍ਰੋਫਾਈਲ ਬਣਾਓ, ਪੋਰਟਫੋਲੀਓ ਬਣਾਓ, ਤੁਸੀਂ ਆਪਣੇ ਪੁਆਇੰਟ ਦੱਸੋ ਕਿੰਨੇ ਘਟਦੇ ਆ ਜੀ। ਮੇਰੇ ਪੁਆਇੰਟ ਜੀ
360 ਨੇ 370 ਨੇ ਮੈਂ 476 ਤੇ ਨਹੀਂ ਪਹੁੰਚਦਾ ਪਿਆ ਪਰ ਮੇਰਾ ਪ੍ਰੋਫਾਈਲ ਬਣ ਗਿਆ ਮੈਂ ਫੀਸਾਂ ਭਰਤੀਆਂ ਮੈਂ ਅਸੈਸਮੈਂਟ ਵੀ ਕਰਾ ਲਈ ਹੁਣ ਮੇਰੀ ਪੀਆਰ ਨਹੀਂ ਆ ਰਹੀ ਮੈਂ ਕਿੱਦਾਂ ਜਾਊਂਗਾ ਜੀ ਮੈਂ ਜੀ ਹੁਣ ਸੂਬੇ ਦੀ ਪੀਆਰ ਪਾ ਦਾਂਗਾ ਮਤਲਬ ਪ੍ਰੋਵਿੰਸ਼ੀਅਲ ਨੋਮੀਨੀ ਦੀ ਸੂਬੇ ਦੀ ਪੀਆਰ ਪਾਤੀ ਸੂਬੇ ਨੂੰ ਮੇਰੀ ਜ਼ਰੂਰਤ ਹੈ ਬਿਲਕੁਲ ਸੂਬਾ ਉੱਥੋਂ ਮੈਨੂੰ ਇੱਕ ਲੈਟਰ ਦਊਗਾ ਜੀ ਉਹ ਜਿਹੜਾ ਲੈਟਰ ਆਊਗਾ ਉਹ ਲੈਟਰ ਆਫ ਇੰਟੈਂਟ ਜਿਹੜਾ ਆ ਗਿਆ ਲੈਟਰ ਆਫ ਇਨਵੀਟੇਸ਼ਨ ਆ ਗਿਆ ਐਲਓਆਈ ਜਦੋਂ ਆ ਗਈ ਮੈਂ ਉਹ ਐਲਓਆਈ ਫੈਡਰਲ ਗਵਰਨਮੈਂਟ ਨੂੰ ਭੇਜਣੀ ਆ ਕਿ ਆਹ ਦੇਖੋ ਜੀ ਮੈਨੂੰ ਸੂਬਾ ਬੁਲਾ ਰਿਹਾ ਜੀ ਬਿਲਕੁਲ ਉਹ ਨਾਲ ਦੀ ਨਾਲ ਹੀ ਮੇਰੇ ਪੁਆਇੰਟ ਪੂਰੇ ਹੋ ਜਾਣੇ ਜੀ ਜਿੱਦਾਂ ਉਹਦੀ ਫੀਸ ਲੱਗ ਗਿਆ ਸੂਬੇ $2000 ਹਰ ਸੂਬੇ ਦੀ ਲੱਗ ਗਿਆ ਫੈਡਰਲ ਦੀ $500 ਉਹ ਲੱਗ ਗਿਆ ਜਦੋਂ ਮੇਰੇ ਪੁਆਇੰਟ ਪੂਰੇ ਹੋ ਗਏ ਪੀਆਰ ਤੁਹਾਨੂੰ ਦੇਣੀ ਕੈਨੇਡਾ ਸਰਕਾਰ ਨਹੀਂ ਹੈ ਅਲੱਗ-ਅਲੱਗ ਸਰਕਾਰਾਂ ਨਹੀਂ ਹੈਗੀਆਂ ਪਰ ਤੁਹਾਨੂੰ ਫੈਡਰਲ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਇਹਨੂੰ ਸੂਬੇ ਨੇ ਲੈਟਰ ਦਿੱਤੀ ਆ ਇਹ ਪੀਐਨਪੀ ਦੇ ਥਰੂ ਆ ਰਿਹਾ ਉਸ ਪ੍ਰੋਗਰਾਮ ਨੂੰ ਕਹਿੰਦੇ ਆ ਪੀਐਨਪੀ ਥਰੂ ਐਕਸਪ੍ਰੈਸ ਐਂਟਰੀ ਜਾਂ ਐਕਸਪ੍ਰੈਸ ਐਂਟਰੀ ਥਰੂ ਪੀਐਨਪੀ ਨਾਮ ਇਦਾਂ ਹੋ ਗਿਆ ਜੀ ਬਿਲਕੁਲ ਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਸੌਖੇ ਤਰੀਕੇ ਨਾਲ ਜੋ ਹੈ ਇਹ ਮੈਂ ਆਪਣੇ ਸਪੈਸ਼ਲ ਪੰਜਾਬੀ ਭਰਾਵਾਂ ਲਈ ਸਮਝਾਇਆ ਬਿਲਕੁਲ ਮੈਂ ਕਹਿ ਰਹੀ ਹਾਂ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਸਮਝਾਇਆ ਔਰ ਇਸ ਤਰੀਕੇ ਨਾਲ ਸਮਝਾਇਆ ਕਿ ਤੁਸੀਂ ਸਾਰੇ ਹੀ ਇਸ ਸਿਸਟਮ ਨੂੰ ਪੂਰਾ ਆਪਣੇ ਦਿਮਾਗ ਵਿੱਚ ਫਿੱਟ ਕਰ ਸਕਦੇ ਹੋ ਕਿ ਕਿੰਨਾ ਈਜ਼ੀ ਪ੍ਰੋਸੈਸ ਹੈ ਪਰ ਮੈਡਮ ਈਜ਼ੀ ਨਹੀਂ ਹੈ ਦੇਖੋ ਮੈਂ ਆਪਦੇ ਦਰਸ਼ਕਾਂ ਨੂੰ ਜੇ ਆਪਾਂ ਮਹਾਰਾਜ ਦਾ ਨਾਮ ਲੈ ਕੇ ਗੱਲ ਬੋਲੀ ਦੀ ਆ ਈਜ਼ੀ ਨਾ ਸਮਝੋ ਜੀ this is not really easy this is actually technical that's it ਜੀ ਟੈਕਨੀਕਲ ਕਿੱਦਾਂ ਆ ਸਾਨੂੰ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ ਬਹੁਤ ਵਧੀਆ ਦੇਣਾ ਸਟੇजेस 4 ਸਟੇजेस ਤੇ ਅਸੀਂ ਪੂਰੇ ਪ੍ਰੋਗਰਾਮ ਨੂੰ ਅਸੀਂ ਆਪ ਡਿਵਾਈਡ ਕੀਤਾ ਜੀ ਓਕੇ ਸਟ੍ਰੈਟਜੀ ਬਣਾਈ ਹੈ ਕਲਾਇੰਟ ਨੂੰ ਸਮਝਾਉਂਦੇ ਆ ਹਰ ਇੱਕ ਬੰਦੇ ਨੂੰ ਸਾਡਾ ਸੁਪਨਾ ਹਰ ਪੰਜਾਬ ਦਾ ਬੰਦਾ ਜਿਹੜਾ ਸਾਨੂੰ ਸੁਣ ਰਿਹਾ ਕਿਤੇ ਦਾ ਵੀ ਉਹ ਚਾਹੇ ਉਹ ਪੜ੍ਹਾਈ ਦੇ ਟਾਈਮ ਤੇ ਨਹੀਂ ਜਾ ਸਕਿਆ ਅੱਜ ਉਹ ਕਿਤੇ ਕਾਮਯਾਬ ਨਹੀਂ ਹੈਗਾ ਡਰਦਾ ਆਪਣੇ ਬੱਚਿਆਂ ਨੂੰ ਫਿਊਚਰ ਲੈ ਕੇ ਐਕਸਪ੍ਰੈਸ ਐਂਟਰੀ 'ਚ ਬਾਰੀ ਨਹੀਂ ਆ ਰਹੀ ਉਹ ਕਿੱਦਾਂ ਜਾ ਕੇ ਆਪਣੇ ਸੁਪਨੇ ਸਾਕਾਰ ਕਰੇ ਕਦੀ ਵਰਕ ਪਰਮਿਟ ਵਾਲਿਆਂ ਕੋਲ ਜਾਂਦੇ ਆ ਤੇ ਉੱਥੇ ਧੱਕੇ ਖਾਂਦੇ ਆ ਤੇ ਪੈਸੇ ਉਜਾੜਦੇ ਆ ਤੇ ਲੁੱਟ ਕੇ ਆ ਜਾਂਦੇ ਆ ਫਿਰ ਕਹਿੰਦੇ ਕਿੱਦਾਂ ਬਿਲਕੁਲ ਕੋਈ ਰਾਹ ਨਹੀਂ ਮਿਲਦਾ ਬਿਲਕੁਲ ਮੈਂ ਇੱਥੇ ਗੱਲ ਕਰਨਾ ਚਾਹ ਰਹੀ ਤੁਸੀਂ ਵਰਕ ਪਰਮਿਟ ਦੀ ਗੱਲ ਕਰ ਰਹੇ ਹੋ ਕਈ ਤਾਂ ਫਿਰ ਇਹ ਸੋਚਦੇ ਨੇ ਕਿ ਚਲੋ ਕਿਤੇ ਬਹੁਤ ਵੱਡੇ ਗੈਪ ਦੇ ਨਾਲ ਸਾਨੂੰ ਕਿਤੇ ਅਸੀਂ ਸਟੱਡੀ ਵੀਜ਼ਾ ਲੈ ਕੇ ਚਲੇ ਜਾਈਏ ਉਹ ਵੀ ਆਪਸ਼ਨਸ ਲੱਭਦੇ ਰਹਿੰਦੇ ਨੇ ਸਾਰੇ ਕਿ ਚਲੋ ਉਸ ਤਰੀਕੇ ਨਾਲ ਜਾਈਏ ਲੱਗਦਾ ਹੀ ਨਹੀਂ ਮੈਡਮ ਜੀ ਕਿਹੜਾ ਗੈਪ ਵਾਲਾ ਦੱਸੋ ਮੈਨੂੰ 7 ਸਾਲ ਦਾ 8 ਸਾਲ ਦਾ ਗੈਪ ਹੈ 6 ਸਾਲ ਦਾ ਗੈਪ ਹੈ ਜਿਹਨੂੰ ਸਟੱਡੀ ਵੀਜ਼ਾ ਲੱਗਾ ਹੋਇਆ ਜੀ ਝੂਠ ਬੋਲਣਾ ਨਹੀਂ ਜਿੰਨਾ ਹੋ ਸਕੇ ਲੋਕਾਂ ਦੀ ਗੱਲ ਕਰੋ ਨਾ ਕਰ ਦੋ ਮੇਰੇ ਕੋਲ ਲੋਕੀ ਆਉਂਦੇ ਮੈਂ ਸਹੀ ਦੱਸਾਂ ਦਿਨ ਦੇ ਮੇਰੇ ਕੋਲ 10 ਜਾਂ 20 ਬੰਦੇ ਆਏ ਆ ਮੈਂ 3 ਜਾਂ 4 ਨੂੰ ਹੀ ਹਾਂ ਕਰਨੀ ਹੈ ਓਕੇ ਕਿਉਂਕਿ ਹਾਂ ਤਾਂ ਕਰਨੀ ਜੋ ਰਸਤਾ ਬਣਦਾ ਜੀ ਜਿਨ੍ਹਾਂ ਦਾ ਜੈਨੂਇਨ ਜੇ ਨਹੀਂ ਬਣਨਾ ਸੀ ਨਾ ਕਰ ਦੇਣੀ ਹੁਣ ਆਈਲੈਟਸ ਦੇ ਵਿੱਚ ਕਿਸੇ ਦੇ ਚਾਹੇ 6 ਬੈਂਡ ਹੋਣ ਕਿਸੇ ਦੇ 6.5 ਹੋਣ ਕਿਸੇ ਦੇ 7 ਹੋਣ ਜੇ ਇੱਕ 'ਚ ਵੀ 5.5 ਆ ਗਏ ਮੈਂ ਕੇਸ ਨਹੀਂ ਲੈਣਾ ਸਾਡੀ ਟੀਮ ਨਹੀਂ ਲਊਗੀ ਕਿਉਂਕਿ ਅਸੀਂ ਵੀਜ਼ਾ ਦਵਾਉਣਾ ਉਹਦੇ ਸੁਪਨਿਆਂ ਨਾਲ ਨਹੀਂ ਖੇਲਣਾ ਇਹੀ ਗੱਲ ਪੀਆਰ ਦੀ ਹੈਗੀ ਆ ਇਹ ਤਾਂ ਹੈਗੀ ਮੈਡਮ ਸਟੇਟ ਨੋਮੀਨੇਟ ਕਰਦੀ ਹੈ ਹੁਣ ਕਈ ਚੀਜ਼ਾਂ ਆਉਂਦੀਆਂ ਸਾਡੇ ਹੱਥ 'ਚ ਹੁੰਦੀਆਂ ਪੀਆਰ ਕਿਵੇਂ ਦਵਾਉਣੀ ਟਾਈਮ ਜਿਹਦੇ ਕੋਲ ਪੇਸ਼ੈਂਸ ਆ ਜੀ ਪੀਆਰ ਦਾ ਮਤਲਬ ਪੇਸ਼ੈਂਸ ਲੈ ਕੇ ਚਲੋ ਜੇ ਤੁਹਾਨੂੰ ਸਟੇਟ ਨੋਮੀਨੇਟ ਨਹੀਂ ਕਰ ਰਹੀ ਤੁਹਾਡੇ ਕੋਲ ਕੀ ਰਸਤਾ ਹੈ ਫਿਰ ਸਾਡੇ ਕੋਲ ਰਸਤਾ ਆ ਜਾਂਦਾ ਹੈ ਅਟਲਾਂਟਾ ਪਾਇਲਟ ਪ੍ਰੋਗਰਾਮ ਦਾ ਓਕੇ ਅਟਲਾਂਟਾ ਪਾਇਲਟ ਪ੍ਰੋਗਰਾਮ ਇਹਨੂੰ ਮੈਂ ਪੰਜਾਬੀ ਸਮਝਾਉਣਾ ਅਟਲਾਂਟਾ ਤੁਸੀਂ ਏਰੀਆ ਨੂੰ ਚੱਕ ਲਓ ਪੂਰੇ ਅਟਲਾਂਟਾ ਜਿਵੇਂ ਹੋ ਗਿਆ ਠੰਡਾ ਏਰੀਆ ਕਿਊਬਿਕ ਏਰੀਆ ਪਾਇਲਟ ਹੁੰਦਾ ਵੀ ਤੁਸੀਂ ਬੈਠੇ ਹੋ ਇੱਕ ਪਾਇਲਟ ਜਹਾਜ਼ ਉਡਾ ਰਿਹਾ ਮੈਂ ਇੱਕ ਪੰਜਾਬੀ 'ਚ ਗੱਲ ਸਮਝਾ ਰਿਹਾ ਜਦ ਕਿ ਇਹਦਾ ਦੇਸੀ ਮਤਲਬ ਦੱਸ ਰਿਹਾ ਵੀ ਤੁਹਾਡੇ ਪ੍ਰੋਗਰਾਮ ਨੂੰ ਕੋਈ ਹੋਰ ਲੈ ਕੇ ਜਾਊਗਾ ਤੁਹਾਡੀ ਪੀਆਰ ਹੋਣੀ ਹੈ ਇਹਦਾ ਮਤਲਬ ਕੋਈ ਇੰਪਲੋਇਰ ਤੁਹਾਨੂੰ ਮਿਲ ਜੀ ਓਕੇ ਉਹਨਾਂ ਸਟੇਟਾਂ ਦਾ ਇੰਪਲੋਇਰ ਅਗਰ ਇੰਪਲੋਇਰ ਵੀ ਗਵਰਨਮੈਂਟ ਨੋਮੀਨੇਟ ਕਰਦੀ ਹੈ ਵੀ ਫਲਾਨਾ ਹੀ ਦੇ ਸਕਦਾ ਹੈ ਹਰੇਕ ਨਹੀਂ ਦੇ ਸਕਦਾ ਇਹ ਨਹੀਂ ਮੇਰੇ ਚਾਚੇ ਤਾਏ ਦੇ ਮੁੰਡੇ ਨੇ ਹਲਵਾਈ ਦੀ ਦੁਕਾਨ ਖੋਲੀ ਹੈ ਕੈਨੇਡਾ ਦਾ ਜਾਂ ਉਹ ਦੇ ਦੂਗਾ ਨੋ ਇਹ ਨਹੀਂ ਹੋਣਾ ਜੀ ਗਲਤ ਲੈਟਰਾਂ ਦੇ ਚੱਕਰ 'ਚ ਨਹੀਂ ਪੈਣਾ ਗਲਤ ਲੀਮੀਆਂ ਦੇ ਚੱਕਰ 'ਚ ਨਹੀਂ ਪੈਣਾ ਏਈਓ ਔਰ ਐਲਐਮਆਈ 'ਚ ਫਰਕ ਹੈ ਇਹ ਆ ਕੇ ਸਾਡੇ ਕੋਲ ਸਮਝਿਓ ਲੋਕੀ ਐਲਐਮਆਈ ਨੂੰ ਏਈਓ ਬੋਲ ਦਿੰਦੇ ਏਈਓ ਨੂੰ ਬਿਲਕੁਲ ਅਰੇਂਜ ਇੰਪਲੋਇਮੈਂਟ ਓਪੀਨੀਅਨ ਜਿਹੜੀ ਹੈਗੀ ਆ ਉਹ ਪੀਆਰ 'ਚ ਲੱਗਦੀ ਹੈ ਐਲਐਮਆਈ ਵਰਕ ਪਰਮਿਟ 'ਚ ਲੱਗਦੀ ਹੈ ਜੀ ਉਹਦੇ ਪੁਆਇੰਟ ਲੱਗ ਨੇ ਉਹਦੇ ਪੁਆਇੰਟ ਲੱਗ ਨੇ ਹੁਣ ਜੇ ਤੁਸੀਂ ਅਟਲਾਂਟਾ ਪਾਇਲਟ ਪ੍ਰੋਗਰਾਮ ਦੇ ਥਰੂ ਆਉਂਦੇ ਉੱਥੇ ਤੁਹਾਨੂੰ ਇੰਪਲੋਇਰ ਨੋਮੀਨੇਟ ਕਰਦਾ ਸੇਮ ਸਟੇਟ ਵਾਲਾ ਕੰਮ ਕਰਦਾ ਤਾਂ ਜਾ ਕੇ ਤੁਹਾਡੀ ਪੀਆਰ ਹੋਣੀ ਹੈ ਜੀ ਬਿਲਕੁਲ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਸੌਖੇ ਤਰੀਕੇ ਨਾਲ ਅੱਜ ਤੁਸੀਂ ਇਹ ਚੀਜ਼ਾਂ ਸਮਝ ਪਾ ਰਹੇ ਹੋ ਮੈਨੂੰ ਨਹੀਂ ਲੱਗਦਾ ਪਹਿਲਾਂ ਤੁਸੀਂ ਕਦੇ ਇੰਨੇ ਸੌਖੇ ਤਰੀਕੇ ਨਾਲ ਚੀਜ਼ਾਂ ਨੂੰ ਸਮਝ ਪਾਏ ਮੈਡਮ ਕਿਸੇ ਨੇ ਦੱਸਿਆ ਹੀ ਨਹੀਂ ਆਉਂਦਾ ਹੀ ਨਹੀਂ ਕੰਮ ਇੱਥੇ ਗਿਣੀ ਚੁਣੇ ਬੰਦੇ ਪੀਆਰ ਦਾ ਕੰਮ ਕਰਦੇ ਗਿਣੇ ਚੁਣੇ ਮੈਂ ਤੁਹਾਨੂੰ ਦੱਸ ਦਿੰਦਾ ਔਰ ਜਿਹੜੇ ਕਰ ਰਹੇ ਆ ਠੋਕ ਕੇ ਲੁੱਟ ਰਹੇ ਆ ਮੈਂ ਨਾਮ ਨਹੀਂ ਲੈ ਸਕਦਾ ਪਰ ਮੇਰਾ ਜਿਗਰਾ ਇੱਕ ਬੋਲਦਾ ਵੀ ਹਾਂ ਮੈਂ ਸੱਚ ਦੱਸੂ ਜੀ ਬਿਲਕੁਲ ਤੇ ਆਪਣੇ ਦਰਸ਼ਕਾਂ ਨੂੰ ਇਸ ਲਈ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ ਅਗਰ ਵਿਜ਼ਿਟ ਕਰਨਾ ਚਾਹੋ ਕਿਉਂਕਿ ਡਿਟੇਲ ਵਿੱਚ ਅਗਰ ਤੁਸੀਂ ਆਪਣੀ ਪ੍ਰੋਫਾਈਲ ਦੇ ਉੱਪਰ ਗੱਲ ਕਰਨੀ ਹੈ ਤਾਂ ਤੁਸੀਂ ਟੇਬਲ ਤੇ ਫੇਸ ਟੂ ਫੇਸ ਬੈਠ ਕੇ ਹੀ ਆਮਨੇ ਸਾਹਮਣੇ ਬੈਠ ਕੇ ਹੀ ਗੱਲ ਪੂਰੀ ਕਲੀਅਰ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਦਾ ਕਿ ਮੁਹਾਲੀ ਵਿੱਚ ਫੇਸ 7 ਦੇ ਵਿੱਚ ਇਹਨਾਂ ਦਾ ਆਫਿਸ ਹੈ ਜਿੱਥੇ ਪਹੁੰਚ ਕੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਦਿਖਾ ਕੇ ਪੂਰੀ ਅਸੈਸਮੈਂਟ ਕਰਵਾ ਕੇ ਪਤਾ ਲਗਵਾ ਸਕਦੇ ਹੋ ਚਾਹੇ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਚਾਹੇ ਪੀਆਰ ਦੀ ਗੱਲ ਕਰੀਏ ਤਾਂ ਪੂਰੀ ਡਿਟੇਲ
ਡਿਟੇਲ ਵੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਸੋ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂ ਕਿ ਇਸ ਸ਼ੋਅ ਦੇ ਵਿੱਚ ਅਸੀਂ ਅੱਜ ਕਾਲਸ ਜੋ ਹੈ ਘੱਟ ਲੈ ਰਹੇ ਹਾਂ। ਉਸ ਦਾ ਕਾਰਨ ਇਹ ਹੈ ਕਿ ਇਹ ਹੁੰਦੀ ਹੈ ਕਿ ਜਦੋਂ ਕੋਈ ਟੌਪਿਕ ਸ਼ੁਰੂ ਹੋਇਆ ਹੁੰਦਾ ਤਾਂ ਇਹ ਗੱਲ ਹੁੰਦੀ ਹੈ ਕਿ ਪੂਰਾ ਇੱਕ ਟੌਪਿਕ ਇੱਕ ਵਾਰੀ ਕਲੀਅਰ ਹੋ ਜਾਏ, ਤਾਂ ਕਿ ਵਿੱਚ ਅੜਚਣ ਆਉਂਦੀ ਹੈ ਤਾਂ ਜਾਣਕਾਰੀ ਜੋ ਹੈ ਅਧੂਰੀ ਰਹਿ ਜਾਂਦੀ ਹੈ ਤੁਹਾਡੇ ਤੱਕ ਪਹੁੰਚਾਣੀ। ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਸਾਰੀ ਜਾਣਕਾਰੀ ਦਾ ਤੁਸੀਂ ਸਾਰੇ ਜ਼ਰੂਰ ਫਾਇਦਾ ਚੱਕੋਗੇ। ਤੇ ਤੁਹਾਡਾ ਨਿਤਿਨ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨੇ ਸੌਖੇ ਤਰੀਕੇ ਨਾਲ ਇੰਨੀਆਂ ਟੈਕਨੀਕਲ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਡੇ ਦਰਸ਼ਕਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਈਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦੇ ਇਜਾਜ਼ਤ। ਧੰਨਵਾਦ।